ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ। ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ, ਕਾਈਂਡਲੀ ਉਹਨਾਂ ਨੂੰ ਰਿਕੁਐਸਟ ਹੈ ਕਿ ਉਹ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰ ਦੇਣ, ਔਰ ਜਿਹੜੇ ਲੋਕ ਸਾਨੂੰ ਅਜੇ ਤੱਕ ਨਹੀਂ ਪਹੁੰਚ ਸਕੇ ਸਾਡੇ ਤੱਕ, ਉਹ ਵੀ ਪਲੀਜ਼ ਆ ਜਾਣ ਤਾਂ ਕਿ ਅਸੀਂ ਜਿਹੜਾ ਇਹਨਾਂ ਨੂੰ ਸ਼ੁਰੂ ਕਰ ਸਕੀਏ। ਸਾਡੇ ਨਾਲ ਸਾਡੇ ਗੈਸਟ ਆ ਚੁੱਕੇ ਨੇ ਤੇ ਕਾਈਂਡਲੀ ਤੁਸੀਂ ਇਸ ਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਲੋਕ ਵੀ ਜਿਹੜਾ ਨਾ ਉਹ ਆ ਜਾਣ। ਗੈਸਟ ਆ ਚੁੱਕੇ ਨੇ ਤੇ ਕਾਈਂਡਲੀ ਤੁਸੀਂ ਇਸ ਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਲੋਕ ਜੀ। ਗੱਲ ਕਰਾਂਗੇ ਅੱਜ ਸਾਡਾ, ਕਿਉਂਕਿ ਪਹਿਲਾ ਪ੍ਰੋਗਰਾਮ ਹੈ ਹਿਸਟਰੀ ਐਜ਼ ਇਟ ਵਾਜ਼ ਦੇ ਹਵਾਲੇ ਨਾਲ। ਉਨੀ ਦੇਰ ਤੱਕ ਬਾਕੀ ਦੋਸਤ ਵੀ ਸਾਰੇ ਆ ਜਾਣ ਤਾਂ ਕਿ ਫਿਰ ਅਸੀਂ ਬਾਜ਼ਾਬਤਾ ਇਹਨੂੰ ਸ਼ੁਰੂ ਕਰ ਸਕੀਏ। ਹਿਸਟਰੀ ਐਜ਼ ਇਟ ਵਾਜ਼ ਦੇ ਹਵਾਲੇ ਨਾਲ ਸਾਡਾ ਕਲੱਬ ਦਾ ਵਿਜ਼ਨ ਸੀ ਕਿ ਅਸੀਂ ਜਿਹੜੇ ਪੰਜਾਬ ਦੇ ਜਿਹੜੇ ਸ਼ਹਿਰ ਨੇ, ਉਹ ਸ਼ਹਿਰ ਜਿਹੜੇ ਤਾਰੀਖੀ ਹੈਸੀਅਤ ਰੱਖਦੇ ਨੇ ਔਰ ਪਿੰਡਾਂ ਤੋਂ ਸ਼ਹਿਰ ਬਣੇ, ਉਹ ਪਿੰਡ ਉਹ ਸ਼ਹਿਰ ਜਿਨ੍ਹਾਂ ਦੀ ਕੋਈ ਤਾਰੀਖੀ ਹੈਸੀਅਤ ਹੈ ਔਰ ਸਾਡੇ ਬਹੁਤ ਸਾਰੇ ਜਿਹੜੇ ਹਿਸਟੋਰੀਅਨਸ ਨੇ ਉਹ ਨਹੀਂ ਜਾਣਦੇ, ਸਾਡੇ ਨਵੀਂ ਜਿਹੜੀ ਪੌਦ ਹੈ ਉਹ ਇਸ ਬਾਰੇ ਨਹੀਂ ਜਾਣਦੀ। ਤੇ ਅਸੀਂ ਉਹਨੂੰ ਜਿਹੜਾ ਐਕਸਪਲੋਰ ਕਰਨ ਵਾਸਤੇ ਅਸੀਂ ਇੱਕ ਕੋਸ਼ਿਸ਼ ਕੀਤੀ ਕਿ ਅਸੀਂ ਆਪਣੇ ਜਿਹੜੇ ਸਕਾਲਰਸ ਨੇ ਜਿਨ੍ਹਾਂ ਦਾ ਬੈਸਟ ਵਰਕ ਇਹਦੇ ਹਵਾਲੇ ਨਾਲ ਅਸੀਂ ਉਹਨਾਂ ਨੂੰ ਇਨਵਾਈਟ ਕਰੀਏ ਤੇ ਉਹ ਆ ਕੇ ਆਪਣੀ ਗੱਲਬਾਤ ਜਿਹੜੀ ਹੈ ਨਾ ਉਹ ਸਾਂਝੀ ਕਰਨ ਸ਼ਹਿਰਾਂ ਦੇ ਹਵਾਲੇ ਨਾਲ। ਤੇ ਇਹ ਇਸ ਤਰ੍ਹਾਂ ਤਰਤੀਬ ਇਹਦੀ ਅਸਾਂ ਕੀਤੀ ਕਿ ਕੁਝ ਸ਼ਹਿਰ ਅਸੀਂ ਈਸਟ ਪੰਜਾਬ ਤੋਂ ਲਾਂਗੇ ਔਰ ਇਸੇ ਤਰ੍ਹਾਂ ਹੀ ਕੁਝ ਸ਼ਹਿਰ ਅਸੀਂ ਵੈਸਟ ਪੰਜਾਬ ਤੋਂ ਲਾਂਗੇ। ਸੋ ਦੋਨਾਂ ਸਾਈਡਾਂ ਦੇ ਪੰਜਾਬ ਦੀ ਤਾਰੀਖ ਜਿਹੜੀ ਹੈ ਉਹ ਅਸੀਂ ਸਾਂਝੀ ਕਰਾਂਗੇ ਆਪਣੇ ਦੋਵਾਂ ਸਾਈਡਾਂ ਦੇ ਲੋਕਾਂ ਦੇ ਨਾਲ। ਔਰ ਇਹਦੇ 'ਚ ਇੱਕ ਖੂਬਸੂਰਤੀ ਹੈ ਕਿ ਪੀਪਲ ਹਿਸਟਰੀ ਹੈ, ਇਹਦੇ ਵਿੱਚ ਲੋਕਾਂ ਦੀ ਗੱਲ, ਸਕਾਫਤ ਦੀ ਗੱਲ ਔਰ ਸਾਰੇ ਉਸ ਸ਼ਹਿਰ ਨੂੰ ਮੁੱਢੋਂ ਲੈ ਕੇ ਤੇ ਹੁਣ ਤੱਕ ਵੇਖਣ ਦੀ ਜਿਹੜੀ ਗੱਲਬਾਤ ਹੈ ਉਹਦਾ ਆਰ ਕੀਤਾ ਜਾਏਗਾ। ਤੇ ਅੱਜ ਇਸ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਪਹਿਲਾ ਪ੍ਰੋਗਰਾਮ ਜਿਹੜਾ ਨਾ ਅਸੀਂ ਇਹ ਕਰ ਰਹੇ ਹਾਂ। ਸੋ ਅੱਜ ਅਸੀਂ ਜਿਹੜਾ ਹੈ ਉਹ ਅਟਕ ਕੈਂਬਲਪੁਰ ਜਿਹੜਾ ਨਾ ਉਹਦਾ ਅਸੀਂ ਅੱਜ ਪਹਿਲਾ ਟੌਪਿਕ ਜਿਹੜਾ ਉਹ ਰੱਖਿਆ। ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਦੋਸਤ ਪ੍ਰੋਫੈਸਰ ਅਸਦ ਸਲੀਮ ਸ਼ੇਖ ਜੀ ਨੇ। ਬਹੁਤ ਸਾਰੇ ਦੋਸਤਾਂ ਦਾ ਜਿਹੜਾ ਇਹਨਾਂ ਦੇ ਨਾਲ ਤਾਰਫ ਹੈ ਵੇ, ਕਿਉਂਕਿ ਜਦੋਂ ਮੇਰਾ ਪੋਸਟਰ ਲੱਗਾ ਸੀ ਤੇ ਉਹਦੇ ਥੱਲੇ ਇੱਕ ਵੱਡੀ ਤਾਦਾਦ ਨੇ ਬੜਾ ਇਹਨਾਂ ਦੇ ਆਉਣ ਦੇ ਹਵਾਲੇ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ। ਲੋਕਾਂ ਨੇ ਉਹਨੂੰ ਸ਼ੇਅਰ ਵੀ ਕਾਫੀ ਜ਼ਿਆਦਾ ਕੀਤਾ ਔਰ ਕਿਹਾ ਕਿ ਜੀ ਸਰ ਦੇ ਹਵਾਲੇ ਨਾਲ ਉਹਨਾਂ ਦੀ ਕਿਤਾਬ ਦੇ ਹਵਾਲੇ ਨਾਲ ਔਰ ਉਹਨਾਂ ਦੇ ਮੁਖਤਲਿਫ ਜਿਹੜਾ ਕੰਮ ਹੈ, ਮੈਂ ਉਹਨਾਂ ਦਾ ਥੋੜਾ ਜਿਹਾ ਜਿਹੜਾ ਰਸਮੀ ਤਾਰਫ ਹੀ ਉਹਦੇ ਹਵਾਲੇ ਨਾਲ ਗੱਲ ਕਰਦਾ ਜਾਵਾਂ ਕਿ ਸਰ ਓਰੀਜਨਲੀ ਪਿੰਡੀ ਭੱਟੀਆਂ ਤੋਂ ਨੇ। ਆਪ ਪੋਲੀਟੀਕਲ ਸਾਇੰਸ ਦੇ ਜਿਹੜੇ ਉਹ ਉਸਤਾਦ ਨੇ ਔਰ ਇਸ ਵਕਤ ਜਿਹੜਾ ਹੈ ਉਹ ਡਿਗਰੀ ਕਾਲਜ ਪਿੰਡੀ ਭੱਟੀਆਂ ਦੇ ਪ੍ਰਿੰਸੀਪਲ ਨੇ। ਔਰ ਦੂਜੇ ਬੰਨੇ ਅਗਰ ਵੇਖੀਏ, ਪਿੰਡੀ ਭੱਟੀਆਂ ਦੇ ਨਾਂ ਨਾਲ ਜਿਹੜਾ ਇੱਕ ਵੱਡਾ ਨਾਂ ਜੁੜਿਆ ਦੁੱਲਾ ਭੱਟੀ, ਉਹਦੇ ਹਵਾਲੇ ਨਾਲ ਆਪ ਦਾ ਬਹੁਤ ਖੂਬਸੂਰਤ ਕੰਮ ਵੀ ਮੌਜੂਦ ਹੈ ਔਰ ਉੱਥੇ ਇਹਨਾਂ ਨੇ ਇੱਕ ਦੁੱਲਾ ਭੱਟੀ ਸੰਗਤ ਵੀ ਬਣਾਈ ਹੈ ਜਿਹਦੇ ਆਪ ਚੇਅਰਮੈਨ ਨੇ। ਔਰ ਇਸ ਤੋਂ ਵੱਖ ਉਹਨਾਂ ਦਾ ਇੱਕ ਜਿਹੜਾ ਉਹਨਾਂ ਦੀ ਤਹਿਕੀਕ ਦੇ ਹਵਾਲੇ ਨਾਲ, ਜਿਹੜੇ ਉਹਨਾਂ ਦੇ ਰਿਸਰਚ ਦੇ ਹਵਾਲੇ ਨਾਲ ਅਸੀਂ ਅਗਰ ਗੱਲ ਕਰੀਏ ਤੇ ਆਪ ਨੂੰ ਇਸ ਹਵਾਲੇ ਨਾਲ ਸਾਡੀ ਗੌਰਮੈਂਟ ਆਫ ਪਾਕਿਸਤਾਨ ਵੱਲੋਂ ਜਿਹੜਾ ਸਦਾਰਤੀ ਅਵਾਰਡ ਹੈ ਅਜ਼ਾਜ਼ ਫਜ਼ੀਲਤ, ਉਹ ਇਹਨਾਂ ਨੂੰ ਜਿਹੜਾ ਹੈ ਉਹ ਮਿਲਿਆ। ਔਰ ਇਸ ਤੋਂ ਬਾਅਦ ਇਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਨ੍ਹਾਂ ਨੂੰ ਆਰਟਸ ਕੌਂਸਲ ਪਿੰਡੀ ਵੱਲੋਂ ਜਿਹੜਾ ਹੈ ਉਹ ਇਨਾਮਾਤ ਜਿਹੜੇ ਅਵਾਰਡਸ ਮਿਲੇ। ਔਰ ਇਹਦੇ ਤੋਂ ਬਾਅਦ ਇਹਨਾਂ ਨੂੰ ਜਿਹੜਾ ਹੈ ਉਹ ਮਿਨਿਸਟਰੀ ਆਫ ਕਲਚਰ ਦੇ ਤੋਂ ਇਹਨਾਂ ਨੂੰ ਬਹੁਤ ਸਾਰੇ ਅਵਾਰਡਸ ਮਿਲੇ, ਜਿਨ੍ਹਾਂ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਮੇਜਰ ਕਿਤਾਬਾਂ ਨੇ, ਉਹਨਾਂ ਇਨਸਾਈਕਲੋਪੀਡੀਆ ਆਫ ਤਹਿਰੀਕੇ ਪਾਕਿਸਤਾਨ ਦਾ ਇਨਸਾਈਕਲੋਪੀਡੀਆ, ਦੂਸਰਾ ਉਹਨਾਂ ਦੀ ਜਿਹੜੀ ਬੁੱਕ ਹੈ ਉਹ ਹਾਕਮਾਂ ਨੇ ਪੰਜਾਬ, ਔਰ ਤੀਸਰੀ ਜਿਹੜੀ ਉਹਨਾਂ ਦੀ ਕਿਤਾਬਾਂ ਤਾਂ ਉਹਨਾਂ ਦੀਆਂ ਬਹੁਤ ਸਾਰੀਆਂ ਨੇ ਲੇਕਿਨ ਜਿਹੜੀਆਂ ਅਸੀਂ ਸਮਝਦੇ ਹਾਂ ਕਿ ਬਹੁਤ ਲੋਕਾਂ ਦੇ ਵਿੱਚ ਜ਼ਿਆਦਾ ਜਿਹੜੀਆਂ ਪ੍ਰਚਲਿਤ ਹੋਈਆਂ, ਉਹਨਾਂ ਦੇ ਵਿੱਚ ਅੱਜ ਜੇ ਇਸ ਕਿਤਾਬ ਦੇ ਹਵਾਲੇ ਨਾਲ ਉਹਨਾਂ ਦੀ ਗੱਲਬਾਤ ਅਸੀਂ ਰੱਖੀਏ, ਉਹ ਨਗਰ ਪੰਜਾਬ ਹੈ। ਇਹ ਕਿਤਾਬ ਇਸ ਹਵਾਲੇ ਨਾਲ ਵੀ ਬੜੀ ਯੂਨੀਕ ਹੈ ਕਿ ਇਹਨਾਂ ਦੇ ਵਿੱਚ ਪੂਰਾ ਪੰਜਾਬ ਦਾ ਨਕਸ਼ਾ, ਪੰਜਾਬ ਦੇ ਪਿੰਡ, ਥਾਂ, ਸ਼ਹਿਰ, ਹਰ ਚੀਜ਼ ਸਰ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਕਵਰ ਕੀਤੀ ਹੈ। ਸਾਡੀ ਅੱਜ ਬੜੀ ਸਾਡੇ ਵਾਸਤੇ ਇੱਜ਼ਤ ਦੀ ਗੱਲ ਹੈ ਕਿ ਸਰ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਔਰ ਅੱਜ ਸਾਡੇ ਨਾਲ ਪੰਜਾਬ ਦੇ ਜਿਹੜਾ ਹੈ ਉਹ ਜਿਹੜਾ ਇੱਕ ਸ਼ਹਿਰ ਅਟਕ ਆਖਰੀ ਸ਼ਹਿਰ ਮੰਨਿਆ ਜਾਂਦਾ, ਉਹਦੇ ਹਵਾਲੇ ਨਾਲ ਜਿਹੜਾ ਨਾ ਇੱਕ ਬੰਨੇ ਅਸੀਂ ਪੰਜਾਬ ਨੂੰ ਸ਼ੁਰੂ ਕਰਾਂਗੇ, ਇਸੇ ਤਰ੍ਹਾਂ ਹੀ ਫਿਰ ਲਹਿੰਦੇ ਔਰ ਚੜ੍ਹਦੇ ਪੰਜਾਬ ਦੋਵਾਂ ਵੱਲੋਂ ਸ਼ਹਿਰਾਂ ਦੀ ਕਰ ਦੇਵਾਂਗੇ। ਤੇ ਸਰ ਅੱਜ ਸਾਡੇ ਨਾਲ ਅਟਕ ਤੇ ਗੱਲਬਾਤ ਲੈ ਕੇ ਆਏ ਨੇ। ਮੈਂ ਸਰ ਨੂੰ ਦਾਵਤ ਦਿਆਂਗਾ ਕਿ ਉਹ ਸਾਡੇ ਨਾਲ ਸਕਰੀਨ ਤੇ ਆਣ। ਜੀ ਸਰ, ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ ਸਰ। ਜੀ ਬਹੁਤ ਸ਼ੁਕਰੀਆ ਚਿੱਟਾ ਸਾਹਿਬ, ਤੁਹਾਡੀ ਬੜੀ ਮੁਹੱਬਤ ਹੈ, ਤੁਸੀਂ ਬੜਾ ਮੇਰਾ ਤਫਸੀਲ ਨਾਲ ਇਹ ਬੜਾ ਲੰਬਾ ਚੌੜਾ ਤਾਰਫ ਕਰਵਾਇਆ। ਮੇਰੇ ਵਾਸਤੇ ਅਵਾਰਡ ਕੋਈ ਹੈਸੀਅਤ ਨਹੀਂ ਰੱਖਦੇ, ਤੁਹਾਡੀ ਮੁਹੱਬਤਾਂ ਬਸ ਮੇਰੇ ਵਾਸਤੇ ਅਵਾਰਡ ਨੇ। ਸਰ ਤੁਹਾਡੀ ਬੜੀ ਮਿਹਰਬਾਨੀ ਸਰ, ਜਿੰਨਾ ਖੂਬਸੂਰਤ ਸਰ ਤੁਹਾਡਾ ਕੰਮ ਹੈ, ਮੇਰਾ ਖਿਆਲ ਹੈ ਕਿ ਤਾਰਫ ਸ਼ਾਇਦ ਉਹਨਾਂ ਮੈਂ ਨਹੀਂ ਕਰਵਾ ਸਕਿਆ
ਔਰ ਮੈਂ ਬਲਕਿ ਗੱਲ ਕਰਨੀ ਸੀ ਕਿ ਮੈਨੂੰ ਬੜਾ ਹੀ ਖੂਬਸੂਰਤ ਲੱਗਦਾ ਸੀ ਜਦੋਂ ਤੁਸੀਂ ਦਰਖਤਾਂ ਦੇ ਹਵਾਲੇ ਨਾਲ ਇੱਕ ਕਿਤਾਬ ਔਰ ਉਹਦੇ ਹਵਾਲੇ ਨਾਲ ਤੁਸੀਂ ਗੱਲਾਂ ਬਾਤਾਂ ਆ, ਬੜੀ ਯੂਨੀਕ ਸੀ। ਅਸੀਂ ਕਿਤੇ ਟਾਈਮ ਜੀ ਮਿਲਿਆ ਤੇ ਉਹਦੇ ਤੇ ਜ਼ਰੂਰ ਇੱਕ ਗੁਫ਼ਤਗੂ हाँ बिल्कुल जनाब ਦੇ ਨਾਲ मेरा भी दिल है कि ਉਹਦੇ ਤੇ ਇੱਕ ਪ੍ਰੋਗਰਾਮ ਤੁਸੀਂ ਲਾਜ਼ਮੀ ਕਰੋ ਮੇਰੇ ਨਾਲ। ਜੀ ਜ਼ਰੂਰ ਜ਼ਰੂਰ ਸਰ, ਅਸੀਂ ਉਹ ਕਿਤਾਬ ਵਾਲੇ ਪ੍ਰੋਗਰਾਮ ਚ ਉਹਨੂੰ ਜ਼ਰੂਰ ਸਾਰੇ ਕਰਾਂਗੇ। ਜੀ ਤੇ ਲੋ ਬਿਲਕੁਲ ਸਰ, ਜੀ ਸਕਰੀਨ ਹੁਣ ਤੁਹਾਡੇ ਕੋਲ ਹੈ ਤੇ ਅਸੀਂ ਹੁਣ ਸਾਰੇ ਅਟਕ ਵੇਖਣ ਵਾਸਤੇ ਬੇਕਰਾਰ ਹਾਂ ਤੁਹਾਡੇ ਨਾਲ ਖੇਡਨੇ ਆ ਸਰ ਅਟਕ। ਜੀ 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 ਸਰ। ਜੀ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਤੇ ਜਦੋਂ ਅਸੀਂ ਅਟਕ ਦੀ ਗੱਲ ਕਰਨਾ ਚਾਹਾਂਗੇ ਤੇ ਇੱਕ ਗੱਲ ਤੇ ਤੁਸੀਂ ਸ਼ੁਰੂ ਵਿੱਚ ਹੀ ਬਿਆਨ ਕਰ ਦਿੱਤੀ ਹੈ ਕਿ ਅਟਕ ਸ਼ਹਿਰ ਹੋਵੇ ਜਾਂ ਜ਼ਿਲ੍ਹਾ, ਇਹ ਪੰਜਾਬ ਬੇਸ਼ੱਕ ਤੁਸੀਂ ਇੰਡੀਅਨ ਪੰਜਾਬ ਦੀ ਗੱਲ ਕਰੋ ਜਾਂ ਸਾਡੇ ਪਾਕਿਸਤਾਨੀ ਪੰਜਾਬ ਦੀ ਗੱਲ ਕਰੋ, ਤੇ ਇਧਰੋਂ ਤੁਸੀਂ ਅਗਰ ਸ਼ੁਰੂ ਹੋਵੋ ਪੰਜਾਬ ਵੱਲੋਂ ਤੇ ਇਧਰੋਂ ਤੇ ਇਹ ਸਾਡਾ ਪਹਿਲਾ ਸ਼ਹਿਰ ਔਰ ਪਹਿਲਾ ਜ਼ਿਲ੍ਹਾ ਬਣੇਗਾ ਸ਼ਮਾਲ ਵੱਲੋਂ। ਤੇ ਜੇ ਅਸੀਂ ਜਨੂਬ ਵੱਲੋਂ ਚਲੀਏ ਜਾਂ ਮਸ਼ਰਕ ਵੱਲੋਂ ਚਲੀਏ ਤੇ ਬਾਕੀ ਤਿੰਨੋਂ ਪਾਸੋਂ ਚਲੀਏ ਤੇ ਸਾਡਾ ਫਿਰ ਇਹ ਆਖਰੀ ਜ਼ਿਲ੍ਹਾ ਔਰ ਆਖਰੀ ਜ਼ਿਲ੍ਹੇ ਦਾ ਹੈੱਡਕੁਆਟਰ ਇਹ ਅਟਕ ਬਣਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਗਰ ਜਦੋਂ ਅਸੀਂ ਸ਼ੁਰੂ ਵਿੱਚ ਅਟਕ ਸ਼ਹਿਰ ਦੀ ਗੱਲ ਕਰਨਾ ਚਾਹਾਂ, ਲੇਕਿਨ ਮੇਰਾ ਦਿਲ ਹੈ ਕਿ ਅਸੀਂ ਥੋੜੇ ਜਿਹੇ ਟਾਈਮ ਵਿੱਚ ਜਿਹੜੇ ਅਟਕ ਜ਼ਿਲ੍ਹੇ ਵਿੱਚ ਜਿਹੜੇ 6 ਤਹਿਸੀਲਾਂ ਨੇ ਇਸ ਵਕਤ, ਇੱਕ ਤੇ ਬਜ਼ਾਤੇ ਖੁਦ ਅਟਕ ਤਹਿਸੀਲ ਹੈ, ਫਿਰ फतेह जंग तहसील है, हजरो है, पिंडी गेप है और हसन अब्दाल है और जंड है। ये तहसीलां इंदियां ਜਿਹੜੀਆਂ 6 ਤਹਿਸੀਲਾਂ ਨੇ ਤੇ ਇਹਦੇ ਬਾਕੀ ਕਸਬਿਆਂ ਦੀ ਗੱਲ ਕਰੀਏ ਤੇ ਇਹਦੇ ਜਿਹੜੇ ਅਹਿਮ ਤਰੀਨ ਕਸਬਾਤ ਇਸ ਵਕਤ ਅਸੀਂ ਕਹਿੰਦੇ ਆ ਕਿ ਇਹਦੇ ਦੇ ਜ਼ਿਲ੍ਹੇ ਦੇ ਹਦੂਦ ਦੇ ਸ਼ਾਮਿਲ ਨੇ ਜਾਂ ਇੰਤਜ਼ਾਮੀ ਤੌਰ ਤੇ ਉਹਦਾ ਹਿੱਸਾ ਨੇ। ਉਹਦੇ ਵਿੱਚ ਮੁਖੜ ਸ਼ਰੀਫ ਬੜਾ ਮਸ਼ਹੂਰ ਕਸਬਾ ਹੈ, बुसाल है, कामरा है और गश्ती है, मल्लू है, बाराजई है, जलालिया है, खोड़ है, मेरा शरीफ है, एक कोट सारंग है। ਤੇ ਇਹ ਇੱਕ ਪੂਰਾ ਇੰਤਜ਼ਾਮੀ ਤੌਰ ਤੇ ਉਹਦੇ तमाम ਕਸਬਿਆਂ ਦਾ ਇਹ ਜ਼ਿਲ੍ਹਾ ਇੱਕ ਇਹਾਤਾ ਕਰਦਾ ਹੈ। ਇਹ ਜਦੋਂ ਤੱਕ ਅਸੀਂ ਇਹਦੀ ਹਿਸਟਰੀ ਵੱਲ ਜਾਣਾ ਚਾਹਾਂਗੇ ਤੇ ਪਹਿਲੀ ਗੱਲ ਸਾਨੂੰ ਇਹ ਪਤਾ ਹੋਣੀ ਚਾਹੀਦੀ ਹੈ ਕਿ ਪੰਜਾਬ ਦੁਨੀਆ ਦੇ ਉਸ ਖਿੱਤੇ ਵਿੱਚ ਉਸ ਖਿੱਤਿਆਂ ਵਿੱਚ ਸ਼ਾਮਲ ਹੈ ਜਿਹੜਾ ਤਹਿਜ਼ੀਬੋ ਤਮੱਦਨ ਦੇ ਲਿਹਾਜ਼ ਨਾਲ ਦੁਨੀਆ ਦੀ ਕਦੀਮ ਤਰੀਨ ਤਹਿਜ਼ੀਬਾਂ ਦਾ ਇੱਕ ਹਿੱਸਾ ਮੰਨਿਆ ਜਾਂਦਾ ਹੈ। ਔਰ ਫਿਰ ਉਹਨਾਂ ਤਹਿਜ਼ੀਬਾਂ ਦੇ ਹਵਾਲੇ ਨਾਲ ਅਗਰ ਦੇਖਿਆ ਜਾਏ ਤੇ ਸਭ ਤੋਂ ਕਦੀਮ ਤਹਿਜ਼ੀਬ ਜਿਹੜੇ ਮੁਰਖੀਨ ਨੇ ਇਸ ਉੱਤੇ ਬਾਕਾਇਦਾ ਮੁਸਤਨਦ ਆਪਣੀ ਰਾਏ ਦਾ ਇਜ਼ਹਾਰ ਕੀਤਾ ਹੈ, ਉਹ ਸਵਾਂ ਵੈਲੀ ਦੀ ਤਹਿਜ਼ੀਬ ਹੈ। ਹੁਣ ਸਵਾਂ ਵੈਲੀ ਦੀ ਤਹਿਜ਼ੀਬ ਨੂੰ ਜਦੋਂ ਅਸੀਂ ਖੋਜ ਲਾਵਾਂਗੇ ਤੇ ਜਿਹੜਾ ਜ਼ਿਲ੍ਹਾ ਅਟਕ, ਜ਼ਿਲ੍ਹਾ ਰਾਵਲਪਿੰਡੀ ਔਰ ਜ਼ਿਲ੍ਹਾ ਚਕਵਾਲ ਔਰ ਕੁਛ ਹੱਦ ਤੱਕ ਜ਼ਿਲ੍ਹਾ ਜਿਲਮ, ਇਹ ਇਲਾਕਿਆਂ ਤੇ ਮਬਨੀ ਪੂਰੀ ਸਵਾਂ ਵੈਲੀ ਸਾਨੂੰ ਮਿਲਦੀ ਹੈ। ਬਹੁਤ ਸਾਰੇ ਇਲਾਕੇ ਐਸੇ ਦਰਿਆਫਤ ਹੋਏ ਨੇ, ਬਹੁਤ ਸਾਰੇ ਐਸੇ ਆਸਾਰੇ ਕਦੀਮਾ ਔਰ ਫੋਸਲਸ ਸਾਨੂੰ ਸਵਾਂ ਵੈਲੀ ਵਿੱਚ ਮਿਲਦੇ ਨੇ ਜਿਹੜੀ ਇਸ ਇਲਾਕੇ ਦੀ ਕਦੀਮ ਤਹਿਜ਼ੀਬ ਦਾ ਇਜ਼ਹਾਰ ਕਰਦੇ ਨੇ। ਬਲਕਿ ਸੱਚ ਤੇ ਹੈ ਕਿ ਇਸ ਬਰੇ ਸਗੀਰ ਦੇ ਖਿੱਤੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਅਗਰ ਇਨਸਾਨ ਦੀ ਇਬਤਦਾਈ ਆਬਾਦਕਾਰੀ ਕਿਸੇ ਖਿੱਤੇ ਵਿੱਚ ਹੋਈ ਹੈ ਤੇ ਉਹ ਇਸ ਸਵਾਂ ਵੈਲੀ ਦੇ ਇਲਾਕੇ ਵਿੱਚ ਹੋਈ ਹੈ। ਇੱਕ ਤੇ ਇਸ ਇਲਾਕੇ ਦੀ ਅਹਿਮੀਅਤ ਹਿਸਟੋਰੀਕਲੀ ਸਾਨੂੰ ਇਹ ਸਮਝਣੀ ਚਾਹੀਦੀ ਹੈ। ਤੇ ਅਟਕ ਵੀ ਯਕੀਨੀ ਤੌਰ ਤੇ ਉਸੇ ਤਹਿਜ਼ੀਬ ਦਾ ਇੱਕ ਬਹੁਤ ਅਹਿਮ ਹਿੱਸਾ ਤਸੱਵੁਰ ਕੀਤਾ ਜਾਂਦਾ ਹੈ। ਅੱਜ ਵੀ ਜ਼ਿਲ੍ਹਾ ਅਟਕ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਕਦੀਮ ਤਹਿਜ਼ੀਬ ਦੇ ਆਸਾਰ ਮੌਜੂਦ ਨੇ। ਕੁਛ ਬਹੁਤ ਕਦੀਮ ਜ਼ਿਆਦਾ ਦੂਰ ਜਾਓ ਤੇ ਉਹਦੇ ਆਸਾਰ ਨੇ, ਕੁਛ ਮਾਜ਼ੀ ਕਰੀਬ ਦੇ ਆਸਾਰ ਮੌਜੂਦ ਨੇ, ਮੁਗਲ ਪੀਰੀਅਡ ਤੋਂ ਪਹਿਲੇ ਦੇ ਵੀ ਕੁਛ ਆਸਾਰ ਮੌਜੂਦ ਨੇ। ਅਗਰ ਅਸੀਂ ਬਹੁਤ ਚਲੋ ਕਦੀਮ ਅਰਸੇ ਦੀ ਵੀ ਗੱਲ ਕਰ ਲਈਏ ਤੇ ਗੰਧਾਰਾ ਤਹਿਜ਼ੀਬ ਦਾ ਵੀ ਇਹ ਇਲਾਕਾ ਯਕੀਨੀ ਤੌਰ ਤੇ ਇੱਕ ਮਰਕਜ਼ ਰਿਹਾ ਹੈ। ਟੈਕਸਲਾ ਜਿੰਦਾ ਹੈੱਡਕੁਆਟਰ ਸੀ ਔਰ ਟੈਕਸਲਾ ਦੇ ਮਾਤਹਿਤ ਹੀ ਇਹ ਇਲਾਕੇ ਸਾਰੇ ਜਿਹੜੇ ਰਾਵਲਪਿੰਡੀ ਔਰ ਅਟਕ ਦੇ ਜ਼ਿਲ੍ਹੇ ਨੇ ਇਹ ਸਾਰੇ ਉਹਦੇ ਮਾਤਹਿਤ ਰਹਿਣ। ਤੇ ਗੋਇਆ ਕਿ ਇਹ ਬੁੱਧ ਮਤ ਦਾ ਇੱਕ ਮਰਕਜ਼ ਇਹ ਇਲਾਕਾ ਵੀ ਸ਼ੁਮਾਰ ਕੀਤਾ ਜਾ ਸਕਦਾ ਹੈ। ਚूंकि कम वक्त ਅਸੀਂ ਬਹੁਤ ਸਾਰੀ ਗੁਫ਼ਤਗੂ ਕਰਨੀ ਹੈ, ਲਿਹਾਜ਼ਾ ਮੈਂ ਕਿਸੇ ਇੱਕ ਪਹਿਲੂ ਨੂੰ ਤਫਸੀਲ ਵਿੱਚ ਨਹੀਂ ਜਾਣਾ ਚਾਹਾਂਗਾ, ਵਰਨਾ ਤੇ ਇਸ ਇੱਕ ਮੌਜੂ ਤੇ ਹੀ ਗੰਦਾਰਾ ਤਹਿਜ਼ੀਬ ਦੇ ਵਾਲੇ ਨਾਲ ਹੀ ਬਹੁਤ ਸਾਰੀ ਗੁਫ਼ਤਗੂ ਅਸੀਂ ਕਰ ਸਕਦੇ ਸੀ। ਹੁਣ ਤੁਸੀਂ ਦੇਖੋ ਕਿ ਜਿਹੜਾ ਇਹ ਅਟਕ ਬਜ਼ਾਤੇ ਖੁਦ ਸ਼ਹਿਰ ਹੈ, ਇਹ ਦੇਖੋ ਕਿ ਕਿਸ ਤਰ੍ਹਾਂ ਵਜੂਦ ਵਿੱਚ ਆਇਆ। ਇਹਦੇ ਬਾਰੇ ਵਿੱਚ ਵੈਸੇ ਤੇ ਤਾਰੀਖ ਵਿੱਚ ਚूंकि ਕਿਸੇ ਇੱਕ ਜਗ੍ਹਾ ਜਾਂ ਮੁਕਾਮ ਦੇ ਬਾਰੇ ਚ ਕੋਈ ਇੱਕ ਮੁਸਤਨਦ ਰਾਏ ਅਗਰ ਮੌਜੂਦ ਨਾ ਹੋਵੇ ਤੇ ਮੁਖਤਲਿਫ ਜਿਹੜੀ ਰਵਾਇਤਾਂ ਨੇ ਅਸੀਂ ਉਹਦੇ ਤੇ ਇਨਹਿਸਾਰ ਕਰਨੇ ਹਾਂ। ਅਟਕ ਜਿਹੜਾ ਇਸ ਵਕਤ ਸ਼ਹਿਰ ਹੈ ਇਹ ਦੋ ਹਿੱਸਿਆਂ 'ਚ ਤਕਸੀਮ ਅਗਰ ਅਸੀਂ ਕਰੀਏ, ਇੱਕ ਤੇ ਅਟਕ ਜ਼ਿਲ੍ਹਾ ਹੈੱਡਕੁਆਟਰ ਜਿਹਦਾ ਪੁਰਾਣਾ ਨਾਮ ਕੈਂਬਲਪੁਰ ਸੀ ਔਰ ਬੜਾ ਸ਼ਹਿਰ ਹੈ, ਡਿਸਟ੍ਰਿਕਟ ਹੈੱਡਕੁਆਟਰ ਹੈ, ਲੇਕਿਨ ਜਿਸ ਨਾਮ ਤੋਂ ਇਹਦਾ ਨਾਮ ਅਟਕ ਪਿਆ ਉਹ ਅਟਕ ਖੁਰਦ ਕਹਿਲਾਂਦਾ ਹੈ। ਔਰ ਮਜ਼ੇ ਦੀ ਗੱਲ ਇਹ ਹੈ ਕਿ ਉਹ ਅਟਕ ਖੁਰਦ ਜਾਂ ਨਿੱਕਾ ਜਿਹਨੂੰ ਅਸੀਂ ਕਹਿੰਦੇ ਹਾਂ, ਛੋਟਾ ਕਹਿ ਲਓ,
ਉਹ ਇਹਦੇ ਤੋਂ ਕਮ ਸੇ ਕਮ 21-22 ਕਿਲੋਮੀਟਰ ਦੂਰ ਦਰਿਆਏ ਸਿੰਧ ਦੇ ਕਿਨਾਰੇ ਤੇ ਮੌਜੂਦ ਹੈ, ਜਿੱਥੇ ਪੁਰਾਣਾ ਕਿਲਾ ਵੀ ਮੌਜੂਦ ਹੈ। ਔਰ ਉਸੇ ਅਟਕ ਦੀ ਵਜ੍ਹਾ ਤੋਂ ਹੀ ਕੈਂਬਲਪੁਰ ਦਾ ਨਾਮ ਹੀ ਅਟਕ ਜੋ ਹੈ ਉਹ ਰੱਖਿਆ ਗਿਆ ਸੀ। ਹੁਣ ਉਸ ਦਾ ਨਾਮ ਅਟਕ ਕਿਉਂ ਪਿਆ? ਇੱਕ ਬੜੇ ਮਾਰੂਫ ਮੁਹੱਕਕ ਔਰ ਮੁਸੰਨਫ ਨੇ, ਕਾਜ਼ੀ ਅਬਦੁਲ ਹਲੀਮ ਅਸਰ ਅਫਗਾਨੀ, ਇਹ ਉਹਨਾਂ ਨੇ ਆਪਣੀ ਇੱਕ ਰਾਏ ਦਾ ਇਜ਼ਹਾਰ ਕੀਤਾ ਕਿ ਇੱਕ ਸਹਾਬੀ ਸਨ, ਉਹਨਾਂ ਦਾ ਨਾਮ ਸੀ ਮਹਲਬ ਬਿਨ ਸਫਰਤੁਲ ਅਤਕੀ। ਉਹਨਾਂ ਨੇ 680 ਵਿੱਚ ਇਹ ਪੂਰੀ ਵਾਦੀ ਜਿਹੜੀ ਛੱਛ ਦੀ ਵਾਦੀ ਕਹਿਲਾਂਦੀ ਸੀ, ਇਹਨੂੰ ਫਤਹ ਕੀਤਾ ਔਰ ਕਿਲਾ ਅਲ ਅਤਕ, ਛੋਟਾ ਜਿਹਾ ਉਸ ਜ਼ਮਾਨੇ ਜ਼ਾਰੇ ਕੱਚੇ ਕਿਲੇ ਹੁੰਦੇ ਸਨ, ਉਹ ਇਸੇ ਜਗ੍ਹਾ ਤੇ ਬਣਾਇਆ ਜਿੱਥੇ ਹੁਣ ਕਿਲਾ ਅਟਕ ਮੌਜੂਦ ਹੈ, ਛੋਟੇ ਅਟਕ ਦੇ ਵਿੱਚ। ਇਹ ਅਲ ਅਤਕ ਕਿਲਾ ਵਕਤ ਦੇ ਨਾਲ ਨਾਲ ਜ਼ਾਹਿਰ ਹੈ ਕਿ ਉਹਦੇ ਨਾਮ ਤੋਂ ਹੀ ਜ਼ਾਹਿਰ ਹੈ ਅਲ ਅਤਕ, ਇਹ ਪਹਿਲੇ ਅਤਕ ਕਿਲਾ, ਫਿਰ ਨਾਮ ਇਹ ਚੇਂਜ ਹੋਇਆ ਤੇ ਫਿਰ ਬਿਲ ਆਖਰ ਇਹ ਅਟਕ ਬਣ ਗਿਆ। ਲੇਕਿਨ ਖੈਰ ਵਕਤ ਦੇ ਨਾਲ ਉਹ ਆਬਾਦੀ ਨਾ ਰਹੀ ਤੇ ਕੁਛ ਥੋੜੇ ਇਰਦ ਗਿਰਦ ਮਜ਼ਾਫਾਤ ਤੇ ਛੋਟਾ ਜਿਹਾ ਪਿੰਡ ਉਭਰਦਾ ਰਿਹਾ। ਬਿਲ ਆਖਰ ਜਿਹੜਾ ਇਸ ਇਲਾਕੇ ਨੂੰ ਇੱਕ ਆਬਾਦੀ ਦੀ ਮੁਕੰਮਲ ਸ਼ਕਲ ਮਿਲੀ ਔਰ ਇੱਕ ਪੁਖਤਾ ਕਿਲੇ ਦੀ ਸ਼ਕਲ ਮਿਲੀ, ਉਹ ਅਕਬਰ ਬਾਦਸ਼ਾਹ। ਇਸ ਤੋਂ ਪਹਿਲੇ ਬਹੁਤ ਸਾਰੇ ਲੋਕ ਇਸ ਇਲਾਕੇ ਤੋਂ ਗੁਜ਼ਰੇ, ਮਹਿਮੂਦ ਗਜ਼ਨਵੀ ਵੀ ਗੁਜ਼ਰਿਆ ਔਰ ਜਿਹੜੇ ਬਹੁਤ ਸਾਰੇ ਇਸ ਤੋਂ ਪਹਿਲੇ ਹਮਲਾ ਆਵਰ ਹੋਏ ਨੇ, ਉਹ ਸਾਰੇ ਇਸੇ ਰੂਟ ਤੋਂ ਗੁਜ਼ਰਦੇ ਰਹੇ। ਔਰ ਇਸ ਵਾਸਤੇ ਇਸ GT ਰੋਡ ਦੇ ਉੱਪਰ ਇਹ ਚੁੱਕੇ ਇਲਾਕੇ ਮੌਜੂਦ ਨੇ, ਇਹਨਾਂ ਦੀ ਬੜੀ ਅਹਿਮੀਅਤ ਹੈ। ਹੁਣ ਕਿਲਾ ਅਟਕ ਜਿਹੜਾ ਉਹ ਅਕਬਰ ਬਾਦਸ਼ਾਹ ਨੇ ਬਣਾਇਆ ਕਿ ਜਦੋਂ ਉਹਦਾ ਭਾਈ ਮਿਰਜ਼ਾ ਹਕੀਮ ਕਾਬਲ ਵਿੱਚ ਕਾਬਜ਼ ਸੀ, ਹੁਕਮਰਾਨ ਸੀ, ਤੇ ਉਹ ਹਮਲਾ ਆਵਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਦੇ ਹਮਲੇ ਨੂੰ ਰੋਕਣ ਵਾਸਤੇ ਅਕਬਰ ਬਾਦਸ਼ਾਹ ਨੇ ਇਹ ਮੁਕਾਮ ਜਿਹੜਾ ਕਿ ਹੁਣ ਛੋਟਾ ਅਟਕ ਕਹਿਲਾਂਦਾ ਹੈ, ਉਸ ਜਗ੍ਹਾ ਤੇ ਉਹਨੇ ਕਿਲਾ ਅਟਕ ਬਣਵਾਇਆ। ਔਰ ख्वाजा शमसुद्दीन खाफी ने उनकी निगरानी की और उनकी निगरानी में ये किला कंप्लीट होया सी। इनू अटक बनारस भी कहा जाता सी। अटक बनारस क्यों किया गया कि जिहड़ा बनारस विच किला सी वो बिल्कुल इस तर्ज दा सी, लिहाजा इसनू अटक बनारस किला का भी बाज़-औक़ात नाम दिता गया। किला अटक बेशक एक फौजी छावनी के तौर पर कायम किया गया, लेकिन उनकी साख्त इस तरह की हुई कि उनके उपर वाले हिस्से में फौजियों के कयाम और तहफ़ुज़ वास्ते और दिफाई नुकता नज़र नाल उनकी तामीरात हुई। लेकिन निचले हिस्से ते लोगों को आबादी वास्ते भी इजाजत दी जा रही सी और एक छोटी जी आबादी रफ्ता रफ्ता ना सिर्फ एक के किले के अंदर बल्कि किले के बाहर भी बननी शुरू हो गई। और फिर बिल आखिर रफ्ता रफ्ता जिस तरह वक्त गुजरता चला गया तो ये मुख्तलिफ हाकमां दे ज़ेरे तहत आंदा गया। बिल आखिर सिखा ने भी कब्जा कर लिया, रणजीत सिंह ने भी कब्जा किया इन्हें ते, उन्हें मजीद कुछ तामीरात कराई इन्हें ते और इन मजीद एस्टैबलिश किया। फिर असी देखने कि जिस तरह रणजीत सिंह नूं जवाल आया और उनके बेटियां दी हुकूमतां फिर कायम होईयां ते इस किले विच पिशौरा सिंह जिहड़ा बेटा सी रणजीत सिंह दा, उन्होंने इत्थे कतल किया गया सी इस किले विच। किले तो हट के जो असी आबादी वाल आने, फिर असी मौजूदा अटक वाल आने, तो बहरहाल कि वो आबादी पुरानी जड़ी सी दरिया सिंध के किनारे ते अटक के नाम तो मौजूद रही किसी न किसी शक्ल। छोटी आबादी सी, बड़ी आबादी सी, बहरहाल उनकी एक बहुत बड़ी तारीखी अहमियत सी, दिफाई नुकता नज़र नाल और मुआशी नुकता नज़र नाल कि ये एक GT रोड उत्ते बहुत अहम कस्बे की शक्ल अख्तियार कर चुकिया सी। हुण होया कि जदों सिखां दी हुकूमत खत्म हुई तो अंग्रेज़ां ने कब्जा किया। अंग्रेज़ां ने कब्जा किया तो पहले जिहड़ा ये अटक सी पुराना, इनू तहसील का दर्जा दे दिता गया और ये हज़ारा डिस्ट्रिक्ट उस वक्त सूबा सरहद ये पंजाब का हिस्सा सी, लिहाजा हज़ारा डिस्ट्रिक्ट शामिल रहा। लेकिन बाद 1901 के जदों सूबा सरहद नू एक अलग सूबे का दर्जा मिल गया, पंजाब तो अलग कर दिता गया, तो फिर अटक नू अलग करके इन रावलपिंडी की तहसील का दर्जा दिता गया। फिर इसे देखने चूँकि जोग्राफियाई एतबार नाल ये एक बड़ी अहम जगह ते लोकेट करता सी, इस वास्ते इन एक अलग डिस्ट्रिक्ट का दर्जा 1904 दिता गया। लेकिन इनका हैडक्वार्टर यही रहा पुराना अटक। 2 साल बाद
ਇਹ ਨਵੇਂ ਇਲਾਕੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਜਿਹਨੂੰ ਕੈਂਬਲਪੁਰ ਕਿਹਾ ਜਾਂਦਾ ਹੈ। ਕੈਂਬਲ ਕੌਣ ਸੀ? ਡਿਪਟੀ ਕਮਿਸ਼ਨਰ, ਜਿਨੇ ਕੈਂਬਲ ਸਿਟੀ ਮੌਜੂਦਾ ਅਟਕ ਜਿਹੜਾ ਨਵਾਂ ਸ਼ਹਿਰ ਹੈ ਇਹ ਉਹਨ ਬਸਾਇਆ, ਉਹਨ ਤਾਮੀਰ ਕਰਾਇਆ। ਯੂਨੀਅਨ ਜੈਕ ਜਿਹੜਾ ਬਰਤਾਨੀਆ ਦਾ ਝੰਡਾ ਹੈ, ਫਲੈਗ ਹੈ, ਉਹਦੀ ਤਰਫ ਸੇ ਇਹਨੂੰ ਬਾਕਾਇਦਾ ਇੱਕ ਪਲਾਨਡ ਸਿਟੀ ਮਨਸੂਬਾਬੰਦੀ ਦੇ ਤਹਿਤ ਇਸ ਸ਼ਹਿਰ ਨੂੰ ਆਬਾਦ ਕੀਤਾ। ਤੇ ਅਸੀਂ ਦੇਖਦੇ ਹਾਂ ਕਿ ਬੁਨਿਆਦੀ ਤੌਰ ਤੇ ਜਿਹੜਾ ਕੈਂਬਲਪੁਰ ਹੈ ਇਹਨੂੰ ਇੱਕ ਛਾਉਣੀ ਦੇ ਤੌਰ ਤੇ ਐਸਟੈਬਲਿਸ਼ ਕੀਤਾ ਗਿਆ ਸੀ, ਇੱਕ ਫੌਜੀ ਛਾਉਣੀ ਦੇ ਤੌਰ ਤੇ ਐਸਟੈਬਲਿਸ਼ ਕੀਤਾ ਗਿਆ। ਔਰ ਇਸ ਵਾਸਤੇ ਅਸੀਂ ਦੇਖਦੇ ਹਾਂ ਕਿ ਉਹ ਬਾਕਾਇਦਾ ਇੱਕ ਖੂਬਸੂਰਤ ਔਰ ਫੌਜੀ ਨੁਕਤਾ ਨਜ਼ਰ ਨਾਲ ਜਿਹੜੇ ਆਬਾਦ ਸ਼ਹਿਰ ਹੁੰਦੇ ਨੇ ਉਸੇ ਤਰਜ਼ੀ ਖੂਬਸੂਰਤੀ ਉਹਦੇ ਵਿੱਚ ਮੌਜੂਦ ਸੀ, ਜਿੱਦਤ ਵੀ ਮੌਜੂਦ ਸੀ ਉਹਦੇ ਵਿੱਚ। 1906 ਵਿੱਚ ਇਹ ਸ਼ਹਿਰ ਕੰਪਲੀਟ ਹੋਇਆ ਔਰ ਉਹਦਾ ਹੈੱਡਕੁਆਟਰ ਜਿਹੜਾ ਅਟਕ ਡਿਸਟ੍ਰਿਕਟ ਦਾ ਪੁਰਾਣੇ ਅਟਕ ਵਿੱਚ ਮੌਜੂਦ ਸੀ ਉਹ ਇੱਥੇ ਸ਼ਿਫਟ ਕਰ ਦਿੱਤਾ ਗਿਆ। ਤੇ ਇਸੇ ਤਰ੍ਹਾਂ ਸਾਰੇ ਦਫਾਤਰ ਵੀ ਇੱਥੇ ਮੁੰਤਕਿਲ ਹੋ ਗਏ ਔਰ ਫਿਰ ਕਾਲਜ, ਸਕੂਲ ਔਰ ਉਹਦੀ ਜਿਤਨੇ ਵੀ ਰੈਲੀਵੈਂਟ ਚੀਜ਼ਾਂ ਸਨ ਉਹ ਬਹਰਹਾਲ ਇੱਥੇ ਸ਼ਿਫਟ ਕਰਤੀਆਂ ਗਈਆਂ। ਇਹ ਹੁਣ ਮੁਖਤਲਿਫ ਬਲਾਕਸ ਵਿੱਚ ਤਕਸੀਮ ਹੈ। ਇਹਦੇ ਬਾਜ਼ਾਰ ਬੜੇ ਖੂਬਸੂਰਤ ਨੇ। ਮੇਨ ਬਾਜ਼ਾਰ ਹੈ, ਸਦਰ ਬਾਜ਼ਾਰ ਹੈ, बिजली घर मल्ला बाजार है, डॉक्टर बर्क रोड कारोबारी मरकज़ है, मदनी चौक, फवारा चौक, म्यूनसिपल कमेटी बाजार है, सब्जी मंडी है और इसी तरह आर ब्लाक, सी ब्लाक, मदनी महला, मेराबाद शर्की और गरबी इस सारियां दी आबादियां जिहड़ियां हैं सानू नज़र आंदियां। ਜਦੋਂ तक इहदी असी सकाफत का ताल्लुक है तो जाहिर है कि एक नवा शहर है। ਜਦੋਂ भी कोई नवा शहर एस्टैबलिश हुंदा है ਤੇ ਉਹ ਆਪਣੇ ਨਾਲ ਮਾਜ਼ੀ ਕਦੀਮ ਦੀ ਰਿਵਾਇਤਾਂ ਨਹੀਂ ਨਾਲ ਲੈ ਕੇ ਬਣਦਾ ਸ਼ਹਿਰ, ਉਹ ਇੱਕ ਨਵੀਂ ਜਿੱਦਤ ਵਾਲਾ ਸ਼ਹਿਰ ਬਣਦਾ ਔਰ ਕੁਝ ਚੀਜ਼ਾਂ ਦਾ ਇੰਤਜ਼ਾਜ ਬਣਦਾ। ਹੁਣ ਅਟਕ ਵਿੱਚ ਵੀ ਇੰਤਜ਼ਾਜ ਕਿਸ ਚੀਜ਼ ਦਾ ਹੈ ਕਿ ਅਟਕ ਵਿੱਚ ਮੁਖਤਲਿਫ ਕੌਮਾਂ ਔਰ ਜ਼ੁਬਾਨਾਂ ਬੋਲਣੇ ਵਾਲੇ ਉੱਥੇ ਲੋਕ ਮੌਜੂਦ ਨੇ। ਉੱਥੇ ਹਿੰਦਕੋ ਬੋਲਣੇ ਵਾਲੇ ਵੀ ਹਨ, ਉੱਥੇ ਪੰਜਾਬੀ ਬੋਲਣ ਵਾਲੇ ਵੀ ਮੌਜੂਦ ਨੇ, ਉੱਥੇ ਉਰਦੂ ਸਪੀਕਿੰਗ ਵੀ ਮੌਜੂਦ ਨੇ, ਉੱਥੇ ਪਸ਼ਤੋ ਬੋਲਣ ਵਾਲੇ ਵੀ ਲੋਕ ਬੜੀ ਤਾਦਾਦ ਵਿੱਚ ਮੌਜੂਦ ਨੇ। ਇਹ ਚਾਰ ਜ਼ੁਬਾਨਾਂ ਔਰ ਸਕਾਫਤਾਂ ਦੇ ਲੋਕ ਅਟਕ ਵਿੱਚ ਮੌਜੂਦ ਨੇ। ਔਰ ਥੋੜਾ ਇਬਤਦਾ ਵਿੱਚ ਅਸੀਂ ਦੇਖੀਏ ਤੇ ਕੁਝ ਸਰਕਾਰੀ ਅਫਸਰਾਨ ਦੀ ਰਿਹਾਇਸ਼ਗਾਹਾਂ ਔਰ ਕੁਝ ਲੋਕ ਉੱਥੇ ਮੁਸਤਕਿਲ ਆਬਾਦ ਹੋਏ ਔਰ ਜ਼ਾਹਿਰ ਹੈ ਕਿ ਉਹਨਾਂ ਦਾ ਇੱਕ ਖਾਸ ਆਪਣਾ ਕਲਚਰ ਹੁੰਦਾ ਸੀ। ਲੇਕਿਨ ਜਿਹੜੇ ਉੱਥੇ ਸਿੱਖ ਔਰ ਹਿੰਦੂ ਆਬਾਦੀ ਦੇ ਲੋਕ ਸਨ ਉਹ ਜ਼ਾਹਿਰ ਹੈ ਕਿ 47 ਵਿੱਚ ਜਦੋਂ ਬਟਵਾਰਾ ਹੋਇਆ ਤੇ ਉਹ ਲੋਕ ਚਲੇ ਗਏ ਔਰ ਉਹਦੀ ਜਗ੍ਹਾ ਤੋਂ ਉਹਨਾਂ ਦੀ ਜਗ੍ਹਾ ਤੇ ਬਹੁਤ ਸਾਰੇ ਹਿੰਦੁਸਤਾਨ ਤੋਂ ਲੋਕ ਆ ਕੇ ਵਸੇ। ਉਹਦੇ ਵਿੱਚ ਪੰਜਾਬੀ ਬੋਲਣ ਵਾਲੇ ਲੋਕ ਵੀ ਸਨ, ਉਹਦੇ ਵਿੱਚ ਉਰਦੂ ਸਪੀਕਿੰਗ ਵੀ ਲੋਕ ਸਨ। ਤਾਂ ਗੋਇਆ ਕਿ ਉੱਥੇ ਹੁਣ ਉਰਦੂ ਬੋਲਣ ਵਾਲੇ ਵੀ ਮੌਜੂਦ ਨੇ, ਉੱਥੇ ਪੰਜਾਬੀ ਔਰ ਹਿੰਦਕੋ ਔਰ ਪਸ਼ਤੋ ਬੋਲਣ ਵਾਲੇ ਲੋਕ ਵੀ ਮੌਜੂਦ ਨੇ। ਔਰ ਜ਼ਾਹਿਰ ਹੈ ਹਰ ਲਿਸਾਨੀ ਗਰੋਹ ਔਰ ਜਿਹੜੇ ਇਹ ਤਬਕਾਤ ਹੁੰਦੇ ਨੇ ਆਪਣੀ ਇਹਨਾਂ ਦੀ ਰਵਾਇਤਾਂ ਹੁੰਦੀਆਂ। ਗੋਇਆ ਕਿ ਇੱਕ ਚਾਰ ਸਕਾਫਤਾਂ ਦਾ ਇੱਕ ਇੰਤਜ਼ਾਜ ਹੈ ਅਟਕ ਸਿਟੀ। ਔਰ ਅਸੀਂ ਅੱਜ ਵੀ ਦੇਖੀਏ ਤੇ ਇੱਕ ਜਿਹੜਾ ਛਾਉਣੀ ਦੇ ਤੌਰ ਤੇ ਸ਼ਹਿਰ ਐਸਟੈਬਲਿਸ਼ ਜਿੱਥੇ ਵੀ ਹੋਇਆ ਉਹਦਾ ਖਾਸ ਮਜ਼ਾਜ ਹੁੰਦਾ ਔਰ ਉਹ ਮਜ਼ਾਜ ਸਾਨੂੰ ਅਟਕ ਵਿੱਚ ਵੀ ਯਕੀਨੀ ਤੌਰ ਤੇ ਮੌਜੂਦ ਨਜ਼ਰ ਆਉਂਦਾ। ਅਸੀਂ ਅਗਰ ਉਹਦੇ ਕਲਚਰ ਦੀ ਮਜ਼ੀਦ ਗੱਲ ਕਰੀਏ ਤੇ ਸਿਟੀ ਵਿੱਚ ਮੈਂ ਦੱਸਿਆ ਕਿ ਪੁਰਾਣੀ ਅਗਰ ਗੱਲ ਕਰੀਏ ਤੇ ਉਹ ਜ਼ਾਹਿਰ ਹੈ ਕਿ ਸਾਨੂੰ ਜਿਵੇਂ ਛੋਟੇ 700-800 ਸਾਲ ਪੁਰਾਣੇ ਜਿਹੜੇ ਕਸਬੇ ਹੁੰਦੇ ਸਨ ਤੇ ਉਹਦੇ ਵਿੱਚ ਜਿਹੜੀਆਂ ਦਸਤਕਾਰੀ ਦੀ ਕੁਝ ਰਵਾਇਤਾਂ ਹੁੰਦੀਆਂ ਸਨ ਸਾਨੂੰ ਅਟਕ ਸ਼ਹਿਰ ਵਿੱਚ ਨਜ਼ਰ ਨਹੀਂ ਆਉਂਦੀਆਂ, ਲੇਕਿਨ ਜ਼ਿਲ੍ਹੇ ਦੇ ਦੂਸਰੇ ਹਿੱਸੇ ਸਾਨੂੰ ਜ਼ਰੂਰ ਨਜ਼ਰ ਆਉਂਦੀਆਂ। ਲੇਕਿਨ ਅੱਜ ਵੀ ਅਗਰ ਦੇਖਿਆ ਜਾਏ ਤੇ ਕੁਝ ਖਾਣ ਪੀਣ ਦੇ ਵਾਲੇ ਨਾਲ ਉੱਥੇ ਬੜੀ ਚੀਜ਼ਾਂ ਮਸ਼ਹੂਰ ਨੇ। ਉੱਥੇ ਦੀ ਇਕਬਾਲ ਹੋਟਲ ਦੀ ਜਿਹੜੀ ਰਸ ਮਲਾਈ ਹੈ ਤੇ ਗਾਜਰ ਦਾ ਹਲਵਾ ਹੈ ਉਹ ਬੜਾ ਜ਼ਬਰਦਸਤ ਹੈ। ਔਰ ਇੰਡਸ ਬਾਰ ਦੀ ਜਿਹੜੀ ਚਾय ਹੈ ਔਰ ਉਹ ਬੜੀ ਜ਼ਬਰਦਸਤ ਚਾय ਉੱਥੇ ਦੀ ਮਸ਼ਹੂਰ ਹੈ। ਹਰ ਸ਼ਖਸ ਨੂੰ ਜਿਹੜਾ ਉੱਥੇ ਗੁਜ਼ਰਦਾ ਆਂਦਾ ਜਾਂਦਾ ਉਹ ਇਹਨਾਂ ਸਪਾਟ ਤੇ ਜ਼ਰੂਰ ਇੰਜੋਏ ਕਰਦਾ। ਇਸ ਤੋਂ ਹਟ ਕੇ ਬੜੀ ਦਿਲਚਸਪ ਔਰ ਹੈਰਾਨਗੀ ਵਾਲੀ ਗੱਲ ਜਿਹੜੀ ਮੈਂ ਸਟੱਡੀ ਕੀਤੀ ਤੇ ਮੈਨੂੰ ਨਜ਼ਰ ਆਈ ਕਿ ਅਟਕ ਕਾਲਜ ਆਪਣੇ ਦੌਰ ਦਾ ਉਸ ਸ਼ੁਮਾਲੀ ਪੰਜਾਬ ਦਾ ਸਭ ਤੋਂ ਬੈਸਟ ਇਦਾਰਾ ਔਰ ਕਾਲਜ ਦੀ ਹਸੀਅਤ ਹੁੰਦੀ ਸੀ। ਜਰਾ ਦੇਖੋ ਤੁਸੀਂ ਕਿ ਬ੍ਰਿਟਿਸ਼ ਪੀਰੀਅਡ ਵਿੱਚ ਜਿਹੜੇ ਚੰਦ ਬਹੁਤ ਖੂਬਸੂਰਤ ਔਰ ਬੜੇ ਕਾਲਜ ਐਸਟੈਬਲਿਸ਼ ਹੋਏ, ਅਟਕ ਕਾਲਜ, ਗਾਰਡਨ ਕਾਲਜ ਰਾਵਲਪਿੰਡੀ, ਆਂਦੇ ਜਾਓ ਸਿਆਲਕੋਟ ਮਰੇ ਕਾਲਜ, ਗੌਰਮੈਂਟ ਕਾਲਜ ਲਾਹੌਰ, ਐਮਰਸਨ ਕਾਲਜ ਮੁਲਤਾਨ ਤੇ ਬਾਕੀ ਲਾਹੌਰ ਵਿੱਚ ਚਲੋ ਕੁਝ ਹੋਰ ਵੀ ਇਦਾਰੇ ਹੋਣਗੇ ਤੇ ਇਹ ਫੈਸਲਬਾਦ ਦਾ, ਲਾਇਲਪੁਰ ਦਾ GC ਵਗੈਰਾ ਇਹ ਥੋੜੀ ਜਿਹੀ ਬਾਤ ਦੀ ਗੱਲ ਹੈ। ਅੱਜ ਜ਼ਰਾ ਦੇਖੋ ਕਿਹੜੀ ਕਿਹੜੀ ਸ਼ਖਸੀਅਤ ਤਾਲਿਬ ਇਲਮ ਦੀ ਹਸੀਅਤ ਨਾਲ ਇਸ ਇਦਾਰੇ ਵਿੱਚ ਪੜ੍ਹਦੀ ਰਹੀਆਂ ਅਟਕ ਕਾਲਜ ਵਿੱਚ। ਮੁੰਨੂ ਭਾਈ, ਜ਼ਮੀਰ ਜਾਫਰੀ,
डॉक्टर गुलाम जलानी बर्क, जनाब अहमद नदीम कासमी मरूम, जनाब प्रोफैसर फतेह मोहम्मद मलिक साहब, ਤੇ ਇਹਨਾਂ ਤੋਂ ਇਲਾਵਾ ਵੀ ਕਈ ਹੋਰ ਅਸ਼ਖਾਸ ਜਿਨ੍ਹਾਂ ਦੀ ਸ਼ਾਇਦ ਫਹਿਰਿਸਤ ਮੈਂ ਗਿਣਵਾਣਾ ਚਾਹਾਂ ਤੇ ਬਹੁਤ ਇੱਕ ਤਵੀਲ ਫਹਿਰਿਸਤ ਮੇਰੇ ਕੋਲ ਮੌਜੂਦ ਹੋਏਗੀ। ਇਹ ਉਹ ਸ਼ਖਸੀਅਤ ਸਨ ਕਿ ਜਿਹੜੀ ਅਟਕ ਕਾਲਜ ਵਿੱਚ ਤਾਲਿਬ ਇਲਮ ਉੱਥੇ ਪੜ੍ਹਦੀ ਰਹੀਆਂ। ਔਰ ਇਸੇ ਤਰ੍ਹਾਂ ਉਹਦੇ ਸਟਾਫ ਦੀ ਅਗਰ ਗੱਲ ਕਰੀਏ ਤੇ ਸਟਾਫ ਦੀ ਵੀ ਕੋਈ ਅਸੀਂ ਦੇਖਨੇ ਆ ਕਿ ਅਹਿਮੀਅਤ ਕਮ ਨਹੀਂ ਰਹੀ। ਬੜੇ ਬੜੇ ਜ਼ਬਰਦਸਤ ਕਿਸਮ ਦੇ ਪ੍ਰੋਫੈਸਰ ਔਰ ਅਸਾਤਜ਼ਾ ਉਸ ਕਾਲਜ ਵਿੱਚ ਪੜ੍ਹਾਉਂਦੇ ਰਹੇ। ਜਦੋਂ ਅਸੀਂ ਅਟਕ ਖੁਰਦ ਔਰ ਅਟਕ ਮੌਜੂਦਾ ਇਹਨਾਂ ਦੋਨੋਂ ਨੂੰ ਮਿਲਾ ਕੇ ਗੱਲ ਕਰਾਂਗੇ ਤੇ ਜਿਵੇਂ ਮੈਂ ਪਹਿਲੇ ਕਿਹਾ ਕਿ ਇਹ ਨਵੀਂ ਰਵਾਇਤਾਂ ਦਾ ਅਮੀਨ ਹੈ, ਲੇਕਿਨ ਪੁਰਾਣੀ ਰਵਾਇਤਾਂ ਦਾ ਜਿਹੜਾ ਅਮੀਨ ਹੈ ਉਹ ਅਟਕ ਖੁਰਦ ਹੈ, ਜਿੱਥੇ ਕਈ ਔਲਿਆਏ ਕਰਾਮ ਔਰ ਕਈ ਸੂਫੀਆਏ ਕਰਾਮ ਉਹਨਾਂ ਦੇ ਤੁਹਾਨੂੰ ਉੱਥੇ ਮਕਾਬਰ ਨਜ਼ਰ ਆਉਣਗੇ, ਮਕਬਰੇ ਨਜ਼ਰ ਆਉਣਗੇ ਔਰ ਕਈ ਪੁਰਾਣੇ ਇਲਮੀ ਸ਼ਖਸੀਅਤ ਉਹਨਾਂ ਦਾ ਤਜ਼ਕਰਾ ਤੁਹਾਨੂੰ ਨਜ਼ਰ ਆਏਗਾ। ਮਸਲਨ ਅਗਰ ਅਸੀਂ ਇਲਮੋ ਅਦਬ ਦੀ ਗੱਲ ਕਰੀਏ ਤੇ ਸ਼ਾਕਰ ਅਟਕੀ ਇਹ ਪਹਿਲਾ ਸਾਬੇ ਦੀਵਾਨ ਸ਼ਾਇਰ ਹੈ ਜਿਹੜਾ ਔਰੰਗਜ਼ੇਬ ਆਲਮਗੀਰ ਦੇ ਜ਼ਮਾਨੇ ਦਾ ਸ਼ਾਇਰ ਹੈ ਔਰ ਉਹ ਅਟਕ ਦਾ ਰਹਿਣ ਵਾਲਾ ਸੀ, ਜਿੰਦਾ ਅਸਲ ਨਾਮ ਸੈयद ਮੁਹੰਮਦ ਮੀਰ ਸੀ ਔਰ ਤਖੱਲੁਸ ਤੋਂ ਸ਼ਾਕਰ ਔਰ ਅਟਕੀ ਨਾਲ ਲਗਾਉਂਦਾ ਸੀ ਅਟਕ ਦੀ ਵਜ੍ਹਾ ਤੋਂ। ਤੇ ਬੜੇ ਫਾਰਸੀ ਦੇ ਆਲਾ ਪਾਏ ਦੇ ਸ਼ਾਇਰ ਸਨ। ਮੌਲਾਨਾ ਮੁਹੰਮਦ ਯੂਸਫ ਅਟਕੀ ਇਹਨਾਂ ਦੀ ਬੜੀਆਂ ਖਿਦਮਾਤ ਸਨ। शेख मोहम्मद जाहिद अटकी, उमर अटका वाला, ये वो लोग ने कि जेडे पुराने अटक सन जेड़ा कि मौजूदा कैमलपुर या अटक तो 20-21 किलोमीटर दूर है। और मेरी जाती राय अगर पुछ दो तो मैं बड़ा हैरान हाँ कि एक 21-22 किलोमीटर रहने वाला कदीम शहर अटक और कैम्बलपुर नवा शहर उनका नाम अटक के नाम तो क्यों मनसूब किया गया? उस पुराने शहर का नाम अटक रहना चाहिए सी और इस कैम्बलपुर का नाम अटक नहीं सी होना चाहिए। इन्हों या तो कैम्बलपुर रहने देंदे, जे कोई बदलना भी सी जिंदी मैं समझना जरूरत नहीं सी, ताकि उस पुराने अटक की कदीम तारीखी और इल्मी और रवायत जी है वो शनाख्ते च नदी। और 21 किलोमीटर दूर का फासला वो लोगों को पता ही नहीं चलता कि शाकर अटकी का नाम लवो तो वो शायद तलाश करने वास्ते मौजूदा अटक चले जान, लेकिन जो पता चलता है तो उन्होंने फिर 21-22 किलोमीटर दूर जाके देखना पैंदा है कि ये तो इत्थों की शख्सियत ही नहीं। तो अज भी अगर देखा जाए तो बहरहाल अज के दौर मौजूदा अटक दी भी जी पंजाबी दी शख्सियत ने उन्हों का भी अगर जिक्र करिए तो दो अशखास दो शख्सियत मैं समझना वो बड़ियाँ अहम ने। परवीन मलिक साहबा पंजाबी अदबी बोर्ड वाले और डॉक्टर अरशद महमूद नाशाद साहब, ये यकीनी तौर पर ऐसे नाम ने कि जिन्हों का अदब दी विच अपनी खिदमात के हवाले नाल बहुत अहम नाम है। हुण मैं चूँकि अटक शहर तो इलावा कुछ दीगर जिहड़े इहदे अहम शहर और कस्बात ने उन्हों का भी जिक्र करना चाहांगा। उनके विच हिस्टोरिकली अगर देखा जाए तो हसन अब्दाल एक बहुत अहम नाम। मैं अगर चूँकि हर शख्स जिहड़ा उस पंजाब विच या इस पंजाब विच तारीख नूं थोड़ा जिहा भी समझदा है तो हसन अब्दाल नूं दरबार पंजा साहब दे हवाले नाल यकीनन उन्होंने पता है कि हसन अब्दाल गुरुद्वारा। मैं जाती तौर पर चूँकि एक मुहक्कक और तारीख का तालिब इलम मैं बस चीज़ों खोज की नुकता नज़र देखना तो जिस तरह साढ़े दरबारां दे विच नाल सूफिया इकराम दे नाल मुंसलिक कुछ रवायतां ऐसियां जिहड़ी तहकीक दे मयार ते पूरा नहीं उतरदियां, इस तरह मैं समझना कि दरबार पंजा साहब के हवाले नाल जिहड़ी कुछ रवायतां चल रही हैं तो उन्होंने दोबारा रिवाइज करने की शायद जरूरत है। वो किस वास्ते भी जरूरत है कि खैर हसन अब्दाल का नाम पहले दस देवां कि ये माजी कदीम के बुजुर्ग सन एक और बाबा गुरु नानक साहब के दौर के बुजुर्ग सन जिन्हों की उत्थे याददाश्त मौजूद ने। पूरी पहाड़ी उन्होंने नाम तो मनसूब है, चिल्ला गांव मशहूर है, बैठक मशहूर है उन्होंने तो उन्होंने दामन विच ही गुरुद्वारा पंजा साहब मौजूद है। ये दो मजहबां का बिल्कुल आमना सामना उत्थे सानू तारीखी आसार के हवाले नाल नज़र आता है। हुण जिहड़ी रवायत है एक तो चलो वली कंधारी उन्होंने नाम से उन्होंने बुजुर्गों के नाम की वजह तो ही एक कस्बा आबाद होया और उत्थे इर्द गिर्द अगर देखो तो बहुत सारी तारीखी इमारात सानू नज़र आउणगियां, बागात की शक्ल च ने, हमाम की शक्ल च ने या किसी होर शक्ल च ने। तो मुगलों के दौर दियां उत्थे यादगारां भी तुसीं जाओ तो अज उनके आसार सानू नज़र आते हैं। लेकिन मैं गल करना चाहांगा कि दरबार पंजा साहब के हवाले नाल जिहड़ी एक रवायत मौजूद है मौजूदा सिख हिस्टरी के मुताबिक
ਤੇ ਉਹ ਰਵਾਇਤ ਬੜੀ ਮਸ਼ਹੂਰ ਕਿ ਬਾਬਾ ਗੁਰੂ ਨਾਨਕ ਸਾਹਿਬ ਤਸ਼ਰੀਫ ਲੈ ਗਏ ਤੇ ਉੱਪਰ ਪਹਾੜੀ ਤੇ ਗਏ ਬਾਬਾ ਹਸਨ ਅਬਦਾਲ ਸਾਹਿਬ ਕੋਲ, ਤੇ ਉਹਨਾਂ ਨੇ ਉਹਨਾਂ ਕੋਲੋਂ ਪਾਣੀ ਦੀ ਤਲਬ ਕੀਤੀ, ਲੇਕਿਨ ਉਹਨਾਂ ਨੇ ਪਾਣੀ ਦੇਣ ਤੋਂ ਇਨਕਾਰ ਕੀਤਾ। ਜਦੋਂ ਇਨਕਾਰ ਕੀਤਾ ਤੇ ਆਪਨੇ ਆਪਣੇ ਪੈਰ ਨਾਲ ਅੱਡੀ ਮਾਰੀ ਤੇ ਉੱਥੋਂ ਚਸ਼ਮਾ ਨਿਕਲ ਆਇਆ। ਫਿਰ ਉਹਨਾਂ ਨੇ ਗੁੱਸੇ ਵਿੱਚ ਉਹ ਇੱਕ ਪਹਾੜੀ ਦੇ ਉੱਪਰੋਂ ਦਾਮਨ ਤੋਂ ਇੱਕ ਪੱਥਰ ਸੁੱਟਿਆ, ਚਟਾਨ, ਤੇ ਆਪ ਨੇ ਨੀਚੇ ਉਹਨੂੰ ਰੋਕ ਲਿਆ ਔਰ ਉਸੇ ਚਟਾਨ ਦੇ ਉੱਤੇ ਉਹਦਾ ਹੱਥ ਬਾਬਾ ਗੁਰੂ ਨਾਨਕ ਸਾਹਿਬ ਦਾ ਜ਼ਬਤ ਹੋ ਗਿਆ। ਇੱਕ ਰਵਾਇਤ। ਹੁਣ ਤੁਸੀਂ ਛੋੜ ਦਿਓ ਕਿ ਮੈਂ ਮੁਸਲਮਾਨ ਹਾਂ, ਛੋੜ ਦਿਓ ਕਿ ਉਹ ਸਿੱਖ ਨੇ ਜਿਨ੍ਹਾਂ ਦੇ ਰਵਾਇਤ ਮਸ਼ਹੂਰ ਹੈ, ਲੇਕਿਨ ਤਹਿਕੀਕ ਦੇ ਨੁਕਤਾ ਨਜ਼ਰ ਨਾਲ ਅਸੀਂ ਕਿਆ ਜ਼ਰੂਰੀ ਨਹੀਂ ਹੈ ਕਿ ਅਸੀਂ ਤੇ ਬਾਬਾ ਜੀ ਨੂੰ ਮੰਨਣ ਵਾਲੇ ਆ ਤੇ ਬਾਬਾ ਹਸਨ ਅਬਦਾਲ ਦੇ ਮੰਨਣ ਵਾਲੇ ਵੀ ਆ, ਤੇ ਸੋਚਣਾ ਪਏਗਾ ਕਿ ਉਹਨਾਂ ਦੀ ਗੱਲ ਮੰਨੀਏ ਜਾਂ ਇਹਨਾਂ ਦੀ ਗੱਲ ਮੰਨੀਏ। ਤੇ ਮੇਰਾ ਖਿਆਲ ਹੈ ਸਾਨੂੰ ਦੋਵਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਹੁਣ ਦੋਵਾਂ ਦੀ ਗੱਲ ਮੰਨਣ ਵਾਸਤੇ ਇੱਕ ਤੀਜਾ ਜਿਹੜਾ ਸਾਲਸ ਹੈ ਸਾਨੂੰ ਉਹਨੂੰ ਲੈਣਾ ਪਏਗਾ। ਜਦੋਂ ਤੀਜਾ ਸਾਲਸ ਲੈਣਾ ਪਏਗਾ ਤੇ ਤੀਜਾ ਸਾਲਸ ਕੌਣ ਹੈ ਇਸ ਤਾਰੀਖ ਦਾ? ਜਨਰਲ ਕੁਨਿੰਗਮ, ਸੋਲਿਡ ਐਂਡ ਕੰਪੀਟੈਂਟ ਹਿਸਟੋਰੀਅਨ, ਮਾਹਿਰ ਆਸਾਰੇ ਕਦੀਮਾ। ਉਹਨਾਂ ਦੀ ਤਹਿਕੀਕ ਦੇ ਮੁਤਾਬਕ ਹਕੀਕਤ ਇਹ ਹੈ ਕਿ ਇਹ ਜਿਹੜੀ ਰਵਾਇਤ ਹੈ, ਇਹ ਰਵਾਇਤ ਬਾਬਾ ਗੁਰੂ ਨਾਨਕ ਸਾਹਿਬ ਦੇ ਆਪਣੇ ਜਾਂ ਹਮ ਅਸਰ ਤਾਰੀਖ ਵਿੱਚ ਸਾਨੂੰ ਨਹੀਂ ਮਿਲਦੀ, ਬਿਲਕੁਲ ਨਹੀਂ ਮਿਲਦੀ। ਇਹ ਰਵਾਇਤ ਪਹਿਲੀ ਦਫਾ ਰਾਜਾ ਰਣਜੀਤ ਸਿੰਘ ਸਾਹਿਬ ਦੇ ਜ਼ਮਾਨੇ ਵਿੱਚ ਹੀ ਸਾਹਮਣੇ ਆਈ, ਜ਼ਬਾਨੀ ਰਵਾਇਤ, ਔਰ ਬਾਅਦ ਵਿੱਚ ਫਿਰ ਉਹ ਕਿਤਾਬੀ ਸ਼ਕਲ ਵਿੱਚ ਵੀ ਮਾਰੂਫ ਹੋ ਗਈ। ਇੱਕ ਲੌਜੀਕਲ ਗੱਲ ਹੈ, ਅਗਰ ਬਾਬਾ ਹਸਨ ਅਬਦਾਲ ਵੀ ਬਜ਼ੁਰਗ ਸਨ ਔਰ ਸੂਫੀ ਸਨ ਤੇ ਬਾਬਾ ਗੁਰੂ ਨਾਨਕ ਸਾਹਿਬ ਵੀ ਸੂਫੀ ਨੇ, ਇਹਨੇ ਸਾਡਾ ਬਿਲਕੁਲ ਕੋਈ ਦੋ ਰਾਏ ਹੈ ਨਹੀਂ। ਲੌਜੀਕਲੀ ਮੈਂ ਉਹਨਾਂ ਦਾ ਬਹੁਤ ਬੜਾ ਪੈਰੋਕਾਰ, ਬਹੁਤ ਬੜਾ ਮੁਅਤਰਿਫ ਹਾਂ ਕਿ ਮੰਤਕ ਦੇ ਮੁਤਾਬਿਕ ਉਹਨਾਂ ਨੇ ਜਿਹੜੀ ਪ੍ਰੀਚਿਸ ਕੀਤੀਆਂ ਔਰ ਗੱਲਾਂ ਕੀਤੀਆਂ ਬਹੁਤ ਬਹੁਤ ਆਲਾ ਪਾਈ ਦੀਆਂ, ਬਹੁਤ ਆਲਾ ਪਾਈ ਦੀਆਂ। ਹੁਣ ਬਾਬਾ ਜੀ ਵੀ ਸੂਫੀ ਹੋਵਨ ਤੇ ਬਾਬਾ ਹਸਨ ਅਬਦਾਲ ਵੀ ਸੂਫੀ ਹੋਵਨ, ਤੇ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਸੂਫੀ ਦੂਜੇ ਸੂਫੀ ਕੋਲ ਪਾਣੀ ਮੰਗੇ ਤੇ ਪਾਣੀ ਨਾ ਮਿਲੇ? ਇਹ ਬੜੀ ਗੈਰ ਇਨਸਾਨੀ ਦੀ ਗੱਲ ਮਹਿਸੂਸ ਹੁੰਦੀ ਹੈ। ਤੇ ਪਹਿਲੀ ਗੱਲ ਤੇ ਲੌਜੀਕਲੀ ਦਿਲ ਨਹੀਂ ਮੰਨਦਾ ਕਿ ਇਹ ਕਦੀ ਦੋ ਬਜ਼ੁਰਗਾਂ ਦੇ ਦਰਮਿਆਨ ਪਾਣੀ ਦੇ ਉੱਤੇ ਇੰਜ ਦੀ ਗੱਲ ਹੋਈ ਹੋਵੇ। ਦੂਸਰੀ ਗੱਲ ਜਨਰਲ ਕੁਨਿੰਗਮ ਦੇ ਹਵਾਲੇ ਨਾਲ ਜੈਸੇ ਮੈਂ ਅਰਜ਼ ਕੀਤੀ ਹੈ ਕਿ ਉਹਨੇ ਲਿਖਿਆ ਕਿ ਕੰਮਾ ਨਾਮ ਦਾ ਇੱਕ ਬੰਦਾ ਸੀ, ਉਹ ਸੰਗਤਰਾਸ਼ ਸੀ, ਔਰ ਇਹ ਬਿਲਕੁਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਸਾਰਾ ਇਲਾਕਾ ਗੰਧਾਰਾ ਤਹਿਜ਼ੀਬ ਦਾ ਉਸ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਇਹ ਸੰਗਤਰਾਸ਼ੀ ਵਿੱਚ ਕਮਾਲ ਰੱਖਦਾ ਹੈ। ਬੁੱਧਾਂ ਦੇ ਜ਼ਮਾਨੇ 'ਚ, ਅਸ਼ੋਕ ਦੇ ਜ਼ਮਾਨੇ ਵਿੱਚ ਵੀ ਟੈਕਸਲਾ ਸੰਗਤਰਾਸ਼ੀ ਵਿੱਚ ਕਮਾਲ ਦਾ ਮਰਕਜ਼ ਸੀ। ਔਰ ਤੁਸੀਂ ਅੱਜ ਵੀ ਦੇਖੋ ਕਿ ਜਿਹੜੀਆਂ ਪੱਥਰ ਦੀਆਂ ਦੌਰੀਆਂ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਉਹ ਅੱਜ ਵੀ ਤੁਹਾਨੂੰ ਹਸਨ ਅਬਦਾਲ ਵਿੱਚ ਮਿਲ ਜਾਂਦੀਆਂ, ਟੈਕਸਲਾ ਵਿੱਚ ਮਿਲ ਜਾਂਦੀਆਂ। ਇਹ ਸਾਰਾ ਗੰਧਾਰਾ ਇਲਾਕੇ ਵਿੱਚ ਤੁਹਾਨੂੰ ਅੱਜ ਵੀ ਉਹ ਚੀਜ਼ ਮਿਲੇਗੀ। ਤੇ ਹਸਨ ਇਹ ਵਾਕਿਆ ਪਹਿਲੀ ਦਫਾ ਰਵਾਇਤ ਦੇ ਤੌਰ ਤੇ ਉਹ ਕੰਮਾ ਨਾਮ ਦਾ ਜਿਹੜਾ ਬੰਦਾ ਸੀ ਸੰਗਤਰਾਸ਼, ਉਹਨੇ ਉਹ ਇਹ ਜ਼ਮਾਨਾ ਸੀ ਰਣਜੀਤ ਸਿੰਘ ਜਿਸਲੇ ਦਾ ਆਖਰੀ ਜ਼ਮਾਨਾ, ਔਰ ਤਵਾਇਫ ਅਲ ਮਲੂਕੀ ਥੋੜੀ ਫੈਲ ਚੁੱਕੀ ਸੀ ਔਰ ਕੁਝ ਲੁਟੇਰੇ ਡਾਕੂ ਇਸ ਤਰ੍ਹਾਂ ਦਾ ਉਹ ਮਾਮਲਾ ਹੋ ਰਿਹਾ ਸੀ। ਪਤਾ ਚੱਲਿਆ ਕੰਮੇ ਨੂੰ ਕਿ ਹਸਨ ਅਬਦਾਲ ਨੂੰ ਲੁੱਟਿਆ ਜਾ ਰਿਹਾ ਔਰ ਕੁਝ ਸਿੱਖ ਗਰੋਹ ਜਿਹੜੇ ਨਾ ਉਹ ਲੁਟੇਰੇ ਕਿਸਮ ਦੇ ਉਹ ਹਮਲਾ ਆਵਰ ਹੋ ਰਹੇ। ਉਹਨੇ ਦੇਖਿਆ ਵੀ ਮੇਰਾ ਤਾਂ ਸਭ ਕੁਝ ਲੁੱਟਿਆ ਜਾਏਗਾ। ਉਹਨੇ ਕੀ ਕੀਤਾ, ਇੱਕ ਚਟਾਨ ਤੇ ਜਿਹੜੀ ਰਵਾਇਤ ਕੁਨਿੰਗਮ ਨੇ ਬਿਆਨ ਕੀਤੀ ਹੈ, ਇੱਕ ਹੱਥ ਜਿਹੜਾ ਉਹ ਆਪਣੀ ਮਾਹਿਰਾਨਾ ਫਨ ਨਾਲ ਉਹਨੇ ਉਹ ਜ਼ਬਤ ਕਰ ਦਿੱਤਾ, ਤਰਾਸ਼ ਦਿੱਤਾ। ਜਦੋਂ ਉਹ ਲੁਟੇਰੇ ਆਏ ਤੇ ਉਹ ਕਰੀਬ ਆਏ ਤੇ ਉਹਨੂੰ ਕੁਝ ਲੁੱਟਣ ਲੱਗੇ, ਮਾਰਨ ਲੱਗੇ, ਤੇ ਉਹਨੇ ਕਿਹਾ ਮੈਂ ਤੇ ਇੱਥੇ ਇਹ ਕੰਮ ਕਰਦਾ ਪਿਆ, ਹਿਫਾਜ਼ਤ ਕਰਦਾ ਪਿਆ ਤੁਹਾਡੇ ਵਿਰਸੇ ਦੀ। ਉਹਨਾਂ ਨੇ ਪੁੱਛਿਆ ਕੀ? ਉਹਨੇ ਇੱਕ ਸੈਲਫ ਮੇਡ ਇੱਕ ਵਾਕਿਆ ਘੜਿਆ ਔਰ ਉਹ ਵਾਕਿਆ ਬਿਆਨ ਕਰਕੇ ਤੇ ਉਹ ਉਹਨੇ ਆਪਣੀ ਜਾਨ ਬਚਾ ਲਈ। ਚੁਨਾਚੇ ਇਹ ਰਵਾਇਤ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਮਾਰੂਫ ਹੋਈ ਕਿ ਰਣਜੀਤ ਸਿੰਘ ਨੇ ਬਾਅਦ ਜੋ जी मेरा ख्याल है डॉक्टर साहब ਦੇ ਕੋਈ ਇੰਟਰਨੈਟ ਦਾ ਪ੍ਰੋਬਲਮ ਹੈ। ਜਿਸ ਤਰ੍ਹਾਂ ਹੀ ਦੁਬਾਰਾ ਕਨੈਕਟ ਹੁੰਦੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਦੁਬਾਰਾ ਤੋਂ ਸ਼ੁਰੂ ਕਰਾਂਗੇ।
माजरत उन्होंने कोई नेट का प्रॉब्लम आ रहा है। जी सो जिन्ने भी साढ़े दोस्त काफ़ी हुन इकट्ठे हो गए ने वेख रहे ने सो जिला एक सिलसिला हुन जिला जारी रहेगा शहरों के हवाले ना और मेरा ख्याल है कि एस साहब के नाल दोबारा साडा राबता हो गया है। जी सर हेलो तुसीं मेरी आवाज़ सुन रहे हो? जी जिद्दां ही साडा राबता बहाल हुंदा है ਅਸੀਂ ਸਰ ਨੂੰ ਫਿਰ ਦੁਬਾਰਾ ਸਕਰੀਨ ਤੇ ਲੈ ਕੇ ਆਵਾਂਗੇ। ਸੋ ਗੱਲ ਕਰ ਰਹੇ ਸਾਂ ਕਿ ਅਸੀਂ ਸਿਟੀਜ਼ ਦੇ ਹਵਾਲੇ ਨਾਲ ਜਿਹੜੀ ਇਹ ਤਾਰੀਖ ਦਾ ਇੱਕ ਸਿਲਸਿਲਾ ਹੈ ਇਹ ਜਾਰੀ ਰਹੇਗਾ। ਦੋਨਾਂ ਸਾਈਡ ਦੇ ਪੰਜਾਬ ਤੋਂ ਇੱਕ ਸ਼ਹਿਰ ਇਸ ਤਰ੍ਹਾਂ ਉਹ ਇੱਕ ਸ਼ਹਿਰ ਉਹ ਤਾਂ ਕਿ ਇੱਕ ਤਰ੍ਹਾਂ ਦੋਨਾਂ ਤਰਫੋਂ ਦੇ ਜਿਹੜੇ ਸ਼ਹਿਰ ਨੇ ਉਹਨਾਂ ਦੀ ਤਾਰੀਖ ਨੂੰ ਇੱਕ ਅੱਛੇ ਤਰੀਕੇ ਨਾਲ ਜਿਹੜਾ ਹੈ ਉਹ ਵੇਖਿਆ ਜਾ ਸਕੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਪਿੰਡ ਔਰ ਸ਼ਹਿਰ ਜਿਨ੍ਹਾਂ ਦੀ ਤਾਰੀਖੀ ਹੈਸੀਅਤ ਹੈ ਅਸੀਂ ਉਹਨਾਂ ਨੂੰ ਦੋਸਤਾਂ ਤੱਕ ਪਹੁੰਚਾ ਸਕੀਏ। ठीक जी सर ਰਾਬਤਾ ਦਰਮਿਆਨ ਚ ਟੁੱਟ ਗਿਆ ਸੀ। हाँ ਜੀ जी ਸਰ कुछ प्रॉब्लम हो गया सी मैं गल दोबारा अपनी उत्थे शुरू कर लेना ਤੇ ਮੈਂ ਅਰਜ਼ ਕਰ ਰਿਹਾ ਸੀ ਕਿ ਉਹ ਰਵਾਇਤ ਮੈਂ ਬਾਬਾ ਗੁਰੂ ਨਾਨਕ ਸਾਹਿਬ ਦੀ ਔਰ ਬਾਬਾ ਹਸਨ ਸਾਹਿਬ ਦੀ ਬਿਆਨ ਕਰ ਰਿਹਾ ਸੀ ਤੇ ਮੈਂ ਕਹਿਣਾ ਚਾਹ ਰਿਹਾ ਕਿ ਉਹਨੇ ਜਿਹੜੀ ਰਵਾਇਤ ਬਿਆਨ ਕੀਤੀ ਉਹ ਬਹਰਾਲ ਜਨਰਲ ਕੁਨਿੰਗਮ ਨੇ ਤੇ ਸਾਨੂੰ ਇਹਦੇ ਤੇ ਵੀ ਥੋੜਾ ਐਨਾਲਿਸਿਸ ਕਰ ਇਸ ਤੋਂ ਲੈਣਾ ਚਾਹੀਦਾ ਹੈ ਕਿ ਅਸੀਂ ਮੁਸਲਮਾਨਾਂ ਔਰ ਸਿੱਖਾਂ ਨੂੰ ਕਲੋਜ਼ ਦੇਖਣਾ ਚਾਹੁੰਦੇ ਹਾਂ। ਇਸ ਵਾਸਤੇ ਕਲੋਜ਼ ਦੇਖਣ ਵਾਸਤੇ ਜਿਹੜੀ ਇਹੋ ਜਿਹੀ ਰਵਾਇਤਾਂ ਜਿਹੜੀਆਂ ਸਾਨੂੰ ਦੋਨੋਂ ਫਿਰਕੇ ਦੇ ਲੋਕਾਂ ਨੂੰ ਜਾਂ ਮਜ਼ਹਬ ਦੇ ਲੋਕਾਂ ਨੂੰ ਦੂਰ ਕਰਨ ਵਾਲੀਆਂ ਨੇ ਇਹਨੂੰ ਰਿਵਾਈਜ਼ ਕਰਨ ਦੀ ਜ਼ਰੂਰਤ ਹੈ ਔਰ ਐਨਾਲਾਈਜ਼ ਕਰਨ ਦੀ ਜ਼ਰੂਰਤ ਹੈ। ਖੈਰ ਚਲੋ ਅਸੀਂ ਦੁਬਾਰਾ ਹਸਨ ਅਬਦਾਲ ਵੱਲ ਆ ਜਾਂਦੇ ਹਾਂ ਕਿ ਇਹ ਵੀ ਚੁੱਕੇ ਹਸਨ ਅਬਦਾਲ ਜਿਹੜਾ ਕਸਬਾ ਹੈ ਉਹਦੇ ਨਾਲ ਇਹ ਮੁਨਸਲਿਕ ਰਵਾਇਤ ਸੀ ਜਿੰਦਾ ਮੈਂ ਜ਼ਿਕਰ ਕਰਨਾ ਜ਼ਰੂਰੀ ਸਮਝਿਆ ਸੀ। ਅੱਛਾ ਹੁਣ ਹਸਨ ਅਬਦਾਲ ਦੇ ਅਗਰ ਬਾਕੀ ਚੀਜ਼ਾਂ ਦਾ ਅਸੀਂ ਜ਼ਿਕਰ ਕਰੀਏ ਤੇ ਇੱਕ ਕਦੀਮ ਸ਼ਹਿਰ ਹੈ ਔਰ ਸਾਫ ਸੁਥਰਾ ਸ਼ਹਿਰ ਹੈ। ਮੈਨੂੰ ਮੈਨੀ ਟਾਈਮਸ ਉੱਥੇ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਇਰਦ ਗਿਰਦ ਕਾਫੀ ਫੈਕਟਰੀਆਂ ਵੀ ਸਾਨੂੰ ਨਜ਼ਰ ਆਉਂਦੀਆਂ ਨੇ। ਗਿਲਾਸ ਫੈਕਟਰੀ ਦੀ ਵੀ ਹੈ ਨੇ, ਸੀਮੈਂਟ ਫੈਕਟਰੀ ਵੀ ਹੈ, ਸਨਅਤ ਹਰਫਤ ਦਾ ਇਹ ਸਾਨੂੰ ਬਕਾਇਦਾ ਇੱਕ ਮਰਕਜ਼ ਨਜ਼ਰ ਆਉਂਦਾ ਹੈ। ਕਿਸੇ ਵਕਤ ਇੱਥੇ ਤਿੱਲੇ ਦੀ ਜੁੱਤੀਆਂ ਬਹੁਤ ਬਣਦੀਆਂ ਸਨ ਜਿਹੜੀਆਂ ਕਿ ਹੁਣ ਚਾਈਨਾ ਦੀ ਜੁੱਤੀਆਂ ਦੀ ਵਜ੍ਹਾ ਤੋਂ ਇਹ ਇੰਡਸਟਰੀ ਤਕਰੀਬਨ ਲੋਕਲ ਖਤਮ ਹੋ ਕੇ ਰਹਿ ਗਈ ਹੈ। ਇਹਦੇ ਮਹੱਲਿਆਂ ਦੀ ਅਗਰ ਗੱਲ ਕਰੀਏ ਤੇ ਮਹੱਲਾ ਚੌਧਰੀਆਂ, ਮਹੱਲਾ ਹਤਾਰਾਂ, ਮਹੱਲਾ ਗੁਲਾਮ ਖਾਨ, ਡੋਕ ਮਸਕੀਨ, ਮਹੱਲਾ ਪੰਜਾਬੀਆਂ, ਮਹੱਲਾ ਅੰਦਰੂਨ ਸਖੀ ਨਗਰ, ਰੋਸ਼ਨਪੁਰਾ, ਮੇਰਾਬਾਦ, ਮਹੱਲਾ ਗੜੀ, ਮਹੱਲਾ ਅਰਸ਼ਾਦ ਨਗਰ, ਇਸ ਤਰ੍ਹਾਂ ਦੀ ਕਾਫੀ ਅੰਦਰੂਨ ਇਹ ਪੁਰਾਣੇ ਮਹੱਲੇ ਜਿਹੜੇ ਸਾਨੂੰ ਇੱਥੇ ਇਹ ਨਜ਼ਰ ਆਉਂਦੇ ਨੇ। ਤੇ ਇਸ ਤਰ੍ਹਾਂ ਅਸੀਂ ਅਗਰ ਹਸਨ ਅਬਦਾਲ ਦੀ ਖਾਣ ਪੀਣ ਦੀ ਵਾਲੇ ਨਾਲ ਗੱਲ ਕਰੀਏ ਤੇ ਇਹ ਮੈਂ ਇਸ ਤੋਂ ਕਹਿਣਾ ਵੀ ਬੰਦੇ ਚੁੱਕੇ ਹਿਸਟਰੀ ਬਿਆਨ ਕਰ ਰਹੇ ਆ ਤੇ ਸਾਰੀ ਤਹਿਜ਼ੀਬ ਸਕਾਫਤ ਦਾ ਉਹਦਾ ਜ਼ਿਕਰ ਹੋਣਾ ਚਾਹੀਦਾ ਹੈ। ਤੁਹਾਨੂੰ ਲੋਕ ਅਗਰ ਦੋਸਤਾਂ ਨੂੰ ਉੱਥੇ ਜਾਣ ਦਾ ਇਤਫਾਕ ਹੋਵੇ ਹਸਨ ਅਬਦਾਲ ਜਾਓ ਤੇ ਤੁਸੀਂ ਉੱਥੋਂ ਦੀ ਮੱਛੀ ਖਾਣਾ ਨਾ ਭੁੱਲਿਆ ਜੇ। ਪੂਰੇ ਡਿਸਟ੍ਰਿਕਟ ਵਿੱਚ ਅਗਰ ਕਿਸੇ ਜਗ੍ਹਾ ਦੀ ਮੱਛਲੀ ਬਹੁਤ ਅੱਛੀ ਮਿਲਦੀ ਹੈ ਤੇ ਤੁਹਾਨੂੰ ਹਸਨ ਅਬਦਾਲ ਦੇ ਲਾਰੀ ਅੱਡੇ ਤੇ ਲਾਲਾ ਰੂਫ ਹੋਟਲ ਜਿਹੜਾ ਹੈ ਉਹਦੀ ਸਭ ਤੋਂ ਅੱਛੀ ਮੱਛੀ ਤੁਹਾਨੂੰ ਮੇਰਾ ਖਿਆਲ ਹੈ ਖਾਣ ਦੇ ਟੇਸਟੀ ਨਜ਼ਰ ਆਏਗੀ। ਉੱਥੇ ਮੇਨ ਬਾਜ਼ਾਰ ਹੈ ਪੰਜਾ ਬਾਜ਼ਾਰ, ਸਭ ਤੋਂ ਕਦੀਮ ਬਾਜ਼ਾਰ ਉੱਥੋਂ ਦਾ ਹੈ ਜਿੱਥੇ ਉਹ ਪੰਜਾ ਸਾਹਿਬ ਦਾ ਦਰਬਾਰ ਹੈ ਔਰ ਸਰਾਫਾ ਬਾਜ਼ਾਰ ਵੀ ਹੈ। ਤੇ ਜਦੋਂ ਤੱਕ ਇਲਮੋ ਅਦਬ ਦੇ ਲਿਹਾਜ਼ ਨਾਲ ਤਾਲੁਕ ਹੈ ਔਰ ਇੱਕ ਬਹੁਤ ਆਮ ਸ਼ਖਸੀਅਤ ਜਿਨ੍ਹਾਂ ਨੇ ਬੜਾ ਰਿਸਰਚ ਦਾ ਕੰਮ ਕੀਤਾ ਸੀ ਇਲਮੋ ਅਦਬ ਦੇ ਵਾਲੇ ਨਾਲ ਉਹ ਪ੍ਰੋਫੈਸਰ ਮੰਜ਼ੂਰ ਹਕ ਸਦੀਕੀ ਸਾਹਿਬ, ਇਹ ਮੈਂ ਸਮਝਣਾ ਕਿ ਉੱਥੋਂ ਦੀ ਬਹੁਤ ਅਹਿਮ ਸ਼ਖਸੀਅਤ ਨੇ। ਹਸਨ ਅਬਦਾਲ ਦੇ ਕਰੀਬ ਹੀ ਚੰਦ ਕਿਲੋਮੀਟਰ ਦੂਰ ਇੱਕ ਸਾਡੇ ਦੋਸਤ ਨੇ ਰਾਜਾ ਨੂਰ ਮੁਹੰਮਦ ਨਜ਼ਾਮੀ ਸਾਹਿਬ, ਇਹਨਾਂ ਦਾ ਜ਼ਾਤੀ ਕੁਤਬਖਾਨਾ ਹੈ ਔਰ ਕਿਆ ਕਮਾਲ ਦੀ ਸ਼ਖਸੀਅਤ ਨੇ। ਮੇਰਾ ਖਿਆਲ ਹੈ ਕਿ ਪੂਰੇ ਜ਼ਿਲ੍ਹੇ ਦੀ ਤਾਰੀਖ, ਸਕਾਫਤ, ਆਸਾਰੇ ਕਦੀਮਾ ਉੱਤੇ ਇਨਸਾਈਕਲੋਪੀਡੀਆ ਔਰ ਉਹਨਾਂ ਕੋਲ ਇਸ ਟਾਈਮ 15,000 ਕਿਤਾਬਾਂ ਦਾ ਜ਼ਾਤੀ ਕੁਤਬਖਾਨਾ ਹੈ ਜਿਨ੍ਹਾਂ ਵਿੱਚ 600 ਕਮ ਅਜ਼ ਕਮ ਮਖਤੂਤਾਤ ਨੇ, ਕਲਮੀ ਨੁਸਖਾਜਾਤ ਨੇ। ਔਰ ਮੈਂ ਮਾਸ਼ਾਅੱਲਾ ਉਹਨਾਂ ਦੀ ਕਾਫੀ ਉਮਰ ਹੈ, ਇਸ ਉਮਰ ਵਿੱਚ ਵੀ ਮੈਂ ਦੇਖਿਆ ਕਿ ਮੋਟਰਸਾਈਕਲ ਲੈ ਕੇ ਜਿੱਥੇ ਵੀ ਉਹਨਾਂ ਨੂੰ ਪਤਾ ਚਲੇ ਕਿ ਇੱਕ ਸਿੱਕਾ ਵੀ ਕੋਈ ਪੁਰਾਣਾ ਮਿਲ ਰਿਹਾ ਹੈ ਉਹ ਚੱਲ ਪੈਂਦੇ ਨੇ। ਤੇ ਬੜੀ ਮੈਂ ਸਮਝਣਾ ਉੱਥੋਂ ਦੀ ਬਾਗੋ ਬਹਾਰ ਸ਼ਖਸੀਅਤ ਨੇ
ਜਿਹੜੀ ਕਿ ਸਾਨੂੰ ਹਸਨ ਅਬਦਾਲ ਦੇ ਮਜ਼ਾਫਾਤ ਵਿੱਚ ਨਜ਼ਰ ਆਉਂਦੀਆਂ। ਜ਼ਿਲ੍ਹਾ ਅਟਕ ਦਾ ਦੂਸਰਾ ਵੈਸੇ ਤੇ ਹੋਰ ਵੀ ਤਹਿਸੀਲਾਂ ਨੇ, ਪਿੰਡੀ ਗੇਪ ਹੈ, ਜਿਹੜਾ ਗੇਬਾ ਕਬੀਲਾ ਜਿਹੜਾ ਹੈ ਉਹਦੀ ਵਜ੍ਹਾ ਤੋਂ ਉਹ ਨਾਮ ਮਾਰੂਫ ਹੋਇਆ। ਇਸੇ ਤਰ੍ਹਾਂ ਜੰਡ ਇੱਕ ਤਹਿਸੀਲ ਹੈ, ਔਰ ਜੰਡ ਜਿਹੜਾ ਉਸ ਕਸਬੇ ਦਾ ਨਾਮ ਹੈ, ਇਹ ਇਹਦੀਆਂ ਦੋ ਰਵਾਇਤਾਂ। ਇੱਕ ਤੇ ਇਹ ਕਿਹਾ ਜਾਂਦਾ ਹੈ ਕਿ ਜੰਡ ਇੱਕ ਸ਼ਖਸ ਦਾ ਨਾਮ ਸੀ, ਉਸ ਦੀ ਵਜ੍ਹਾ ਤੋਂ ਇਹ ਜੰਡ ਇਸ ਇਲਾਕੇ ਦਾ ਨਾਮ ਮਾਰੂਫ ਹੋਇਆ ਸ਼ਹਿਰ ਦਾ। ਔਰ ਦੂਸਰਾ ਇਹ ਹੈ ਕਿ ਇਹ ਮੁਕਾਮ ਜਿਸ ਜਗ੍ਹਾ ਤੇ ਇਹ ਸ਼ਹਿਰ ਜਾਂ ਕਸਬਾ ਆਬਾਦ ਹੋਇਆ, ਉੱਥੇ ਇਬਤਦਾਈ ਤੌਰ ਤੇ ਜਦੋਂ ਆਬਾਦਕਾਰੀ ਸ਼ੁਰੂ ਹੋਈ ਤੇ ਇੱਕ ਜੰਡ ਦਾ ਦਰਖਤ ਸੀ, ਉਸੇ ਵਜ੍ਹਾ ਤੋਂ ਇਸ ਦਾ ਨਾਮ ਜੰਡ ਜਿਹੜਾ ਇਹ ਮਸ਼ਹੂਰ ਹੋਇਆ। ਇਸੇ ਤਰ੍ਹਾਂ ਅਸੀਂ ਹਜ਼ਰੋ ਦੀ ਥੋੜੀ ਹੋਰ ਗੱਲ ਕਰ ਲਾਂਗੇ। ਹਜ਼ਰੋ ਇਸ ਇਲਾਕੇ ਦਾ ਇੱਕ ਡਿਫਰੈਂਟ ਕਲਚਰ ਦਾ ਸਾਨੂੰ ਕਸਬਾ ਨਜ਼ਰ ਆਉਂਦਾ ਹੈ। ਉਹ ਡਿਫਰੈਂਟ ਕਿਉਂ ਨਜ਼ਰ ਆਉਂਦਾ ਹੈ ਕਿ ਇੱਥੇ ਅਫਗਾਨ ਕਲਚਰ ਜ਼ਿਆਦਾ ਹੈ, ਔਰ ਉਹਦੀ ਵਜ੍ਹਾ ਕੀ ਹੈ ਕਿ ਇਹ ਬਸਾਨ ਵਾਲਾ ਜਿਹੜਾ ਕਬੀਲਾ ਉਹ ਵੀ ਅਫਗਾਨ ਹੈ। ਦੁਰਾਨੀ ਕਬੀਲੇ ਦੀ ਇੱਕ ਸ਼ਾਖ ਸੀ ਕਮਲੀ, ਉਸ ਕਮਲੀ ਸ਼ਾਖ ਤੋਂ ਤਕਰੀਬਨ 900 ਸਾਲ ਪਹਿਲੇ ਕਿ ਜਦੋਂ ਮਹਿਮੂਦ ਗਜ਼ਨਵੀ ਹਮਲਾ ਆਵਰ ਹੋਇਆ ਇਸ ਇਲਾਕੇ ਵਿੱਚ, ਤੇ ਉਹਦੇ ਇਰਦ ਗਿਰਦ ਦੇ ਜ਼ਮਾਨੇ ਵਿੱਚ ਹੀ ਇਹ ਕੁਝ ਲੋਕ ਛੱਛ ਦੇ ਇਲਾਕੇ ਵਿੱਚ ਆ ਕੇ ਕਾਬਜ਼ ਹੋਏ। ਅਮੀਰ ਹਾਜ਼ਰ ਖਾਂ ਜਿੰਦੇ ਅੱਗੇ 7 ਬੇਟੇ ਸਨ, ਉਹਨਾਂ 7 ਬੇਟਿਆਂ ਵਿੱਚੋਂ ਸਿਰਫ ਇੱਕ ਬੇਟਾ ਇਲਿਆਸ ਖਾਂ ਉਹ ਇੱਥੇ ਆਬਾਦ ਨਹੀਂ ਹੋਇਆ, ਬਾਕੀ 6 ਬੇਟਿਆਂ ਦੀ ਔਲਾਦ ਇਸ ਜਗ੍ਹਾ ਤੇ ਆਬਾਦ ਹੋਈ। ਔਰ ਉਸ ਅਮੀਰ ਹਾਜ਼ਰ ਖਾਨ ਦੇ ਨਾਮ ਦੀ ਵਜ੍ਹਾ ਤੋਂ ਇਸ ਕਸਬੇ ਦਾ ਨਾਮ ਹਜ਼ਰੋ ਬਣਿਆ। ਤੇ ਜਿਸ ਤਰ੍ਹਾਂ ਮੈਂ ਅਰਜ਼ ਕੀਤਾ ਕਿ ਇਹ ਇਲਾਕਾ ਜੁਗਰਾਫੀਆਈ ਇਤਬਾਰ ਨਾਲ ਵੀ ਜਿਹੜਾ ਹਜ਼ਰੋ ਦਾ ਇਲਾਕਾ ਹੈ, ਛੱਛ ਦਾ ਇਲਾਕਾ ਹੈ, ਇਹ ਬੜੀ ਅਹਿਮੀਅਤ ਰੱਖਦਾ ਹੈ ਕਿ ਇਹ ਦਰਿਆ ਸਿੰਧ ਦੇ ਇਰਦ ਗਿਰਦ ਦਾ ਇਲਾਕਾ ਸਾਨੂੰ ਨਜ਼ਰ ਆਉਂਦਾ ਹੈ। ਔਰ ਹੰਡ ਦਾ ਇਲਾਕਾ ਜਿੱਥੇ ਕਿ ਸਿਕੰਦਰ ਆਜ਼ਮ ਨੇ ਕ੍ਰਾਸ ਕੀਤਾ ਸੀ ਆਪਣੀ ਫੌਜਾਂ ਨੇ ਔਰ ਪੜਾਓ ਕੀਤਾ ਸੀ, ਔਰ ਆਮ ਤੌਰ ਤੇ ਕਿਹਾ ਜਾਂਦਾ ਕਿ ਇਹ ਉਹ ਜਗ੍ਹਾ ਜਿੱਥੇ ਘੋੜਿਆਂ ਨੂੰ ਦਰਿਆ ਦੀ ਕ੍ਰਾਸ ਕਰਾਉਣ ਵਾਸਤੇ ਮਾਜ਼ੀ ਵਿੱਚ ਸਹੂਲਤ ਰਹੀ ਹੈ, ਉਹ ਵੀ ਇਲਾਕਾ ਇਸੇ ਛੱਛ ਦੇ ਇਲਾਕੇ 'ਚ ਮੌਜੂਦ ਹੈ। ਤੇ ਇਸੇ ਤਰ੍ਹਾਂ ਇਸ ਇਲਾਕੇ ਵਿੱਚ ਇੱਕ ਛੋਟਾ ਜਿਹਾ ਪੁਰਾਣਾ ਕਿਲਾ ਵੀ ਸੀ, ਬਹਰਹਾਲ ਹੁਣ ਨਹੀਂ ਰਿਹਾ, ਉਹਦੇ ਆਸਾਰ ਰਿਹਾ। ਰਣਜੀਤ ਸਿੰਘ ਵੀ ਉਹਦੇ ਤੇ ਕਾਬਜ਼ ਆ ਇਸ ਇਲਾਕੇ ਤੇ। ਤੇ ਇਸ ਜਗ੍ਹਾ ਤੇ ਹਜ਼ਰੋ ਵਿੱਚ ਅਗਰ ਅਸੀਂ 1847 ਵਿੱਚ ਇੱਕ ਗੱਲ ਕਰੀਏ ਤੇ ਇੱਕ ਸਿੱਖ ਸੀ ਇੱਥੇ ਬਾਲਕ ਸਿੰਘ, ਉਹਨੇ ਆਪਣੇ ਇੱਕ ਅਲੱਗ ਫਿਰਕੇ ਦੀ ਬੁਨਿਆਦ ਰੱਖੀ ਸੀ। ਉਹ ਹਜ਼ਰੋ ਤੋਂ ਤਾਲੁਕ ਰੱਖਦਾ ਸੀ, ਉਸ ਨੂੰ ਕੁਕਾ ਜਾਂ ਕੋਕਾ ਫਿਰਕੇ ਤੋਂ ਪੁਕਾਰਿਆ ਜਾਂਦਾ ਸੀ। ਉਹ ਇੱਥੋਂ ਹਜ਼ਰੋ ਦਾ ਉਹ ਰਹਿਣ ਵਾਲਾ ਸੀ। ਅੰਗਰੇਜ਼ ਦੌਰ ਵਿੱਚ ਅਗਰ ਦੇਖੀਏ ਤੇ ਹਜ਼ਰੋ ਸ਼ਹਿਰ ਵਿੱਚ ਨਿਸਫ ਆਬਾਦੀ ਉਹ ਯੂਸਫ ਜ਼ਈ ਪਠਾਨਾਂ ਦੀ ਸੀ ਤੇ ਨਿਸਫ ਹਿੰਦੂਆਂ ਦੀ ਸੀ। ਇਹਦਾ ਮਤਲਬ ਹੈ ਕਿ ਅੱਜ ਦੀ ਅਗਰ ਅਸੀਂ ਫਾਰਮੇਸ਼ਨ ਦੇਖੀਏ ਤੇ ਨਿਸਫ ਆਬਾਦੀ ਜਿਹੜੀ ਹਿੰਦੂਆਂ ਦੀ ਸੀ, ਉਹਦੀ ਜਗ੍ਹਾ ਤੇ ਅੱਜ ਉਰਦੂ ਸਪੀਕਿੰਗ ਲੋਕ ਉੱਥੇ ਮੌਜੂਦ ਨੇ। ਤੇ ਗੋਇਆ ਉੱਥੇ ਇੰਤਜ਼ਾਜ ਹੈ, ਪਠਾਨ ਕਲਚਰ ਡੋਮੀਨੇਟ ਕਰ ਰਿਹਾ ਹੈ। हिंद को बोलने वाले लोग थोड़े मौजूद ने, पंजाबी बोलने वाले लोग भी मौजूद हैं और उर्दू स्पीकिंग लोग भी जो मौजूद ने। इस इलाके की अगर असी थोड़ी जी मैशत के वाले नाल अगर इर्द गिर्द देखिए तो ये इलाका ज़री एतबार नाल तंबाकू की पैदावार वास्ते बड़ा मारूफ है। इत्थों का तंबाकू और जुतियां ते फर्नीचर ये लोकल इंडस्ट्री के तौर पर यह बहरहाल बड़ा अहम है। चंद फ्लोर मिलां भी इत्थे मौजूद ने। किसी जमाने में हज़रो शहर दे विच 6 दरवाजे होंदे सन और 6 के 6 दरवाजे सरे शाम बंद कर दिते जाते सन और सुबह होंदी सी तो उन्हें खोल दिता जाता सी। 1880 विच जिमीदारां ने फिर अंग्रेज हुकूमत को मुतालबा किया कि सानूं तकलीफ हुंदी है सरे शाम जिहड़े तुसीं दरवाजे बंद करा देंदे हो, तो फिर उन्होंने ये सारे ये रिवाज खत्म कर दिता। और फिर 1880 तो बाद कभी ये रिवाज ना रहा कि शाम को दरवाजे बंद हो जाए तो अगले दिन सुबह खुल जाए, लेकिन उससे पहले ये रात शाम को दरवाजे बंद कर दिते जाते सन तो सुबह फिर वो खोल दिते जाते सन। तो इन्हां विचों सब तो जिहड़ा पुराना दरवाज़ा वो कश्मीरी दरवाज़ा पुराने शहर के मगरब की तरफ है, अज भी है। और उत्थे एक गौरी मिसाइल का एक मॉडल सारे को रिवाज है कि असीं जंगी जनून के वाले नाल कुछ इहदा अपने शहर कस्बा में नमूने तौर पर रख लेने। बहरहाल गली गेट, रेतला गेट और मस्जिद कसाइयां इन्हां दे करीब भी कुछ गेट मौजूद ने जिहड़े कि अज शायद खुलफाए राशिदीन के गेटां दे नाम हो गए। इत्थों दी निसवार ते तिल्ले वाले जुत्ते ये अज भी बड़े मशहूर ने और इत्थों दे लोकां दी बड़ी तादाद यूरोप
और अरब और खलीजी ममालिक जॉब्स वास्ते मौजूद है। और यही वजह है कि चूंकि खुशहाली है और खुशहाली की वजह तो इस इलाके की प्रॉपर्टी की कीमत भी बहुत ज़्यादा मौजूद है। तो ਜਦੋਂ तक इलमी और अदबी लिहाज नाल अगर देखा जाए तो हकीम मुहम्मद यूसुफ हजरवी माजी में एक बड़ी मारूफ इलमी और अदबी शख्सियत इतों की गुजरियां। इतों की एक और चीज़ बड़ी मारूफ है खान पीन के हवाले नाल, वो जिन्हों असी गड़े कहने या कटोए कहने, ये मुख्तलिफ शक्लों में ना पंजाब के कई जगह पर छोटा गोश्त बनता है। जिस तरह कुन्ना चनौर का मशहूर है, जिस तरह बकर का गोश्त वो भी कुन्निया पकाया जाता है, उनका नाम कुछ होर है। तो इस तरह हजरों कटोया के गोश्त बाकायदा शादी ब्याह के मौके पर खास डिश के तौर पर इस्तेमाल होंगे हैं। कई होटलों में बड़ी रगबत नाल खाया जाता है। तो तुसी अगर हजरों जाओ तो तारक होटल, मुमताज़ होटल, शनवारी होटल है, अशफाक बिरयानी वाला है, जलालिया होटल है, निसार कबाब फरोश है, इन सारिया को तुम खान पीन की चीज़ां जड़ियां ने उन्हें रेस्टोरेंट्स बड़िया अच्छिया तुहानू वो मेरा ख्याल है तुहानू दस्तयाब होंगी। एक गोया कि एक समझ लो दास्तान है जिला अटक के हवाले नाल। और एक आखिरी कस्बा जिन्ना मैं जिक्र करना चाहवागा, फिर मैं इजाजत लवांगा, मुखड़ शरीफ। मुखड़ ये अगर असी जिथे असी बन रहा सी जिहड़ा नहीं बन सकिया कालाबाग डैम मियाँ वाली साइड से, उस तरफों जाओ तुसी ते अगे चलते जाओ तो दरिया की एक साइड से तुहानू दूरों आबादी मुखड़ शरीफ की नज़र आ जाएगी। मुखड़ का पुराना कस्बा, पुरानी आबादी दरिया के इस किनारे सी, वो तबाह बर्बाद हो गया। तो फिर इस किनारे अज तो ब्रिटिश पीरियड तकरीबन ये नवा शहर आबाद हो गया। बहुत बड़ा बहरी बेड़ा एक किस्म का उत्थे मौजूद होंदा सी, फ्लोटेलिया, के जिंदे जरिए 400 तो लैके 600 मन तक वजन उठा के ते वो तिजारती गर्ज नाल सखर ते कोठी तक जाता सी। ये जिहड़ी दरियाई तिजारत है, इन छोटे छोटे बहरी बजरियां और दरियाई जहाज़ों के जरिए अंग्रेज़ों के ज़माने तक जारी रही है, बल्कि राजनपुर थोड़ा बहुत शायद अजे भी हो रहा हो। दरिया सिंध चूंकि इनका पार्ट बहुत गहरा और चौड़ा है और इस वास्ते इस तरह के तजारती समान वास्ते कश्तियां चलदियां रहिंदियां सन, कोई ये नवी गल नहीं सी। लाहौर अकबर बादशाह ने रावी तो भी एक बहुत बड़ी कश्ती बनाई सी और सकर तक लै गया सी। ते गोया के ये एक कल्चर सी मुखड़ दा, और मुखड़ बड़ा एक तरक्की याफ्ता कस्बा सी अपनी तिजारती मुकाम और गुजरगाह की वजह तो, कि उधर का समान उत्थे और उत्थों का फिर अगे समान शिफ्ट किया जाता सी तिजारती गर्ज नाल सखर लारी तक जाता सी। लेकिन रफ्ता रफ्ता फिर जदीद जराए आमदोरफ्त, ट्रेन आ गई, बसा आ गई, तो ये दरियाई तजारत खत्म हो गई। लिहाजा लोकल जी कश्ती सादी दी या ये जहाज छोटे मोटे बनाने का हुनर और हुनरमंद ये सारे जाहिर है जवाल पजीर हो गए। तो ये एक सारा एक ढांचा है जिहड़ा जिला अटक के हवाले नाल मेरे ज़हन सी और मैं तुहानू अपने मालूमात के मुताबिक शेयर करना चाह रहा सी। मैं मुख्तसरन दोबारा कहना चाह रहा कि जिला अटक एक पंजाब का शुमाली तरफ आखिरी जिला और शहर, और जिनका कल्चर शायद अगर कंपेयर किया जाए तो बाकी पंजाब के इलाकों और खितियां नाल शायद सन डिफरेंट और मुख्तलिफ नज़र आएगा, क्योंकि वो सूबा सरहद KPK मौजूदा उनके नाल अटैच है और इस वास्ते जिहड़ा खिता दूसरे डिफरेंट सकाफत के खिते दे नाल अटैच होंदा है, उनके असरात भी रखता है। लिहाजा उत्थे जिहड़ी सकाफत और तहजीब तो उनकी बहुत कदीम है, असमां वैली का हिस्सा है, गंधारा तहजीब का हिस्सा है, बुद्ध तहजीब का हिस्सा है, बाद आने वाले हुक्मरानों का भी उनके अपना तहजीब के असरात छोड़न का हिस्सा है। इस वास्ते ये कदीम तारीखी तहजीब की निशानियां तो उत्थे मौजूद ही ने, लेकिन मौजूदा सकाफत और कल्चर के बारे नाल ये पोठोहार का वो खिता है जिते मुख्तलिफ सकाफतों के लोग एक इम्तजाजी शक्ल इकट्ठे जिंदगी बसर कर रहे हैं। मेरा ख्याल है कि अज की गुफ्तगू साड़ी माती रही होगी और इंशाल्लाह असी ये सिलसिला आइंदा भी जारी रखेंगे। बहुत शुक्रिया सर, बहुत शुक्रिया। साडे नाल दो क्वेश्चन ने डॉक्टर सलीमा अवान जी ने मैं क्या मैं तो शेयर करना।
ਇੱਕ ਤੇ ਉਹਨਾਂ ਨੇ ਕਿਹਾ ਕਿ ਜੀ ਓਰਲ ਹਿਸਟਰੀ ਐਂਟੀਕੀਰੀਅਨ ਸਟਰਗਲ ਦੇ ਹਵਾਲੇ ਨਾਲ ਇੱਕ ਕੋਈ ਕਹਾਣੀ ਕੋਈ ਆਂਦੀ ਨਜ਼ਰ ਵਿੱਚ। ਅੱਛਾ, ਇਹ ਉਹਨਾਂ ਦਾ ਕੀ ਕਹਿਣਾ ਹੈ ਵੀ ਔਰਲ ਹਿਸਟਰੀ ਹੈ ਸਾਡੀ ਨਜ਼ਰ 'ਚ ਨਹੀਂ ਗੁਜ਼ਰੀ। ਹਾਂਜੀ ਹਾਂਜੀ, ਉਹਨਾਂ ਨੇ ਕਿਹਾ ਕਿ ਜੀ ਓਰਲ ਹਿਸਟਰੀ ਐਂਡ ਐਂਟੀ ਕਲੋਨੀਅਲ ਸਟਰਗਲ ਫॉर दिस रीजन ऑफ दिस रीजन। ਅੱਛਾ, ਤੁਹਾਡੀ ਆਵਾਜ਼ ਇੱਕ ਕੱਟ ਰਹੀ ਹੈ, ਮੈਨੂੰ ਸ਼ਾਇਦ ਪੂਰੇ ਸਵਾਲ ਦੀ ਸਮਝ ਨਹੀਂ ਆ ਰਹੀ ਜਿਉਂ ਤੱਕ ਮੈਂ ਸਮਝ ਪਾ ਰਿਹਾ। ਤੇ ਮੇਰਾ ਖਿਆਲ ਹੈ ਸ਼ਾਇਦ ਇਹ ਪੁੱਛਿਆ ਜਾ ਰਿਹਾ ਕਿ ਇਹ ਔਰਲ ਹਿਸਟਰੀ ਹੈ ਔਰ ਇਹ ਸ਼ਾਇਦ ਕੋਈ ਰਿਟਨ ਸ਼ੇਕਰ ਇਸ ਚੀਜ਼ਾਂ ਨਹੀਂ ਮਿਲ ਰਹੀਆਂ। नहीं सर, वो ओरल हिस्ट्री ਜੀ ਦੇ ਜੀ। ਹਵਾਲੇ ਨਾਲ ਅੱਛਾ ਬ੍ਰਿਟਿਸ਼ ਕਲੋਨੀਅਲ ਪੀਰੀਅਡ ਦੇ ਵਿੱਚ ਕੁਝ ਸਟਰਗਲ ਕੀਤੀਆਂ ਹੋਣਗੀਆਂ, ਉਹਦੇ ਹਵਾਲੇ ਨਾਲ ਦੱਸਦੇ ਨੇ ਕਿ ਕੋਈ ਓਰਲ ਕਹਾਣੀ ਸਾਨੂੰ ਨਜ਼ਰ ਆਈ ਕੋਈ। ਅੱਛਾ ਅੱਛਾ, ਇਸ ਤਰ੍ਹਾਂ ਹੈ ਕਿ ਬਿਲਕੁਲ ਤੁਹਾਡੀ ਇਹ ਮੈਂ ਸਮਝ ਆ ਰਹੀ ਗੱਲ ਕਿ ਔਰਲ ਹਿਸਟਰੀ ਦੇ ਹਵਾਲੇ ਨਾਲ ਉਸ ਖਿੱਤੇ ਦੀ ਕੁਝ ਦਾਸਤਾਨਾਂ ਜਾਂ ਸਟੋਰੀਜ਼ ਐਸੀਆਂ ਮੌਜੂਦ, ਯਕੀਨੀ ਤੌਰ ਤੇ ਇਹ ਹਰ ਇਲਾਕੇ ਦੀ ਔਰਲ ਹਿਸਟਰੀ ਦੇ ਹਵਾਲੇ ਨਾਲ ਚੀਜ਼ਾਂ ਨੂੰ ਇਕੱਠਿਆ ਕੀਤਾ ਵੀ ਗਿਆ ਔਰ ਕੀਤਾ ਵੀ ਜਾ ਰਿਹਾ ਹੈ। ਤੇ ਜ਼ਿਲ੍ਹਾ ਅਟਕ ਦੀ ਹਵਾਲੇ ਨਾਲ ਜਿਹੜੀ ਰਵਾਇਤ ਔਰ ਸਟੋਰੀਜ਼ ਨੇ ਉਹ ਯਕੀਨੀ ਤੌਰ ਤੇ ਮੌਜੂਦ ਨੇ। ਕੁਝ ਮੇਰੇ ਤੁਸੀਂ ਕਹਿ ਲਵੋ ਕਿ ਸਟੱਡੀ ਵਿੱਚ ਰਹੀਆਂ ਵੀ ਹਨ ਇੱਕ ਦੋ, ਲੇਕਿਨ ਮੈਂ ਸ਼ਾਇਦ ਉਹ ਮੇਰੀ ਸਟੱਡੀ ਦਾ ਹਿੱਸਾ ਨਹੀਂ ਸਨ ਜਾਂ ਮੈਂ ਆਪਣੀ ਜਿਹੜੀ ਤਹਿਕੀਕ ਹੈ ਉਹਦੇ ਸ਼ਾਮਲ ਨਹੀਂ ਕਰ ਸਕਿਆ। ਲੇਕਿਨ ਬਹਰਹਾਲ ਇੱਕ ਅੱਛਾ ਕੁਐਸਚਨ ਹੈ ਕਿ ਇਹ ਤਹਿਜ਼ੀਬ ਸਕਾਫਤ ਦੇ ਹਵਾਲੇ ਨਾਲ ਸਾਨੂੰ ਇਹਨਾਂ ਨੂੰ ਵੀ ਜਮ੍ਹਾਂ ਕਰਨ ਦਾ ਬਹਰਹਾਲ ਖਿਆਲ ਕਰਨਾ ਚਾਹੀਦਾ। ਬਸ ਉਹਨਾਂ ਨੇ ਉਹ ਇੱਕ ਕੁਐਸਚਨ ਕੀਤਾ, ਫਿਰ ਉਹਨਾਂ ਨੇ ਨਾਲ ਹੀ ਇੱਕ ਇਹ ਗੱਲ ਕੀਤੀ ਕਿ ਹਿਜਰੋ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਹਨ ਉਹ ਤਹਿਰੀਕੇ ਖਿਲਾਫਤ ਵਿੱਚ ਸ਼ਾਮਲ ਹੋਏ, ਇਸਦੀ ਕੋਈ ਵਜ੍ਹਾ ਉੱਥੇ ਨਜ਼ਰ ਆਈ? हाँ जी जी। अच्छा, मैं अर्ज करना कि चूंकि ਜਦੋਂ ਅਸੀਂ ਕਿਸੇ ਜ਼ਿਲ੍ਹੇ ਜਾਂ ਸ਼ਹਿਰ ਦੀ ਇੱਕ ਅਲੱਗ ਇੱਕ ਆਪਣੀ ਇੱਕ ਹਿਸਟਰੀ ਮੁਰਤਬ ਕਰਾਂਗੇ ਤੇ ਯਕੀਨੀ ਤੌਰ ਤੇ ਇਹ ਅਸੀਂ ਔਰਲ ਰਵਾਇਤ ਔਰ ਸਾਰੀ ਚੀਜ਼ਾਂ ਇਨ ਡਿਟੇਲ ਆ ਜਾਣਗੀਆਂ। ਕਿਉਂਕਿ ਅੱਜ ਅਸੀਂ 35 ਮਿੰਟ ਵਿੱਚ ਪੂਰੇ ਜ਼ਿਲ੍ਹੇ ਨੂੰ ਕਵਰ ਕਰਨਾ ਸੀ, ਇਸ ਵਾਸਤੇ ਉਹ ਬਾਅਦ ਚੀਜ਼ਾਂ ਨੂੰ ਅਸੀਂ ਹਿਸਟੋਰੀਕਲੀ ਤਹਿਜ਼ੀਬੀ ਔਰ ਸਕਾਫਤੀ ਤੌਰ ਤੇ ਸਰਸਰੀ ਅੰਦਾਜ਼ੇ ਪੇਸ਼ ਕੀਤਾ ਹੈ। ਅਦਰਵਾਈਜ਼ ਤੇ ਅਗਰ ਜਦੋਂ ਮਿਸਾਲ ਦੇ ਤੌਰ ਤੇ ਮੇਰੀ ਕਿਤਾਬ ਹੈ ਦੁੱਲੇ ਦੀ ਬਾਰ, ਉਹ ਪਿੰਡੀ ਪੱਟੀਆਂ ਸਿਟੀ ਨੂੰ ਬੜਾ ਡਿਟੇਲ ਨਾਲ ਉਹ ਡਿਸਕਸ ਕਰਦੀ ਹੈ, ਤੁਸੀਂ ਪੜ੍ਹੀ ਵੀ ਹੋਏਗੀ। ਤੇ ਉਹ ਦੇਖੋਗੇ ਕਿ ਉਹਦੇ ਵਿੱਚ ਇੱਕ ਇੱਕ ਚੀਜ਼, ਇੱਕ ਇੱਕ ਗਲੀ, ਇੱਕ ਇੱਕ ਮਹੱਲਾ ਔਰ ਇੱਕ ਇੱਕ ਡਿਟੇਲ ਮੌਜੂਦ ਹੋਏਗੀ। ਜਦੋਂ ਅਸੀਂ ਕਿਸੇ ਸਿਟੀ ਨੂੰ ਬਿਲਕੁਲ ਅਲੱਗ ਤੌਰ ਤੇ ਲਵਾਂਗੇ ਤੇ ਯਕੀਨੀ ਤੌਰ ਤੇ ਇਹ ਸਾਰੀ ਚੀਜ਼ਾਂ ਸਾਡੇ ਮੁਤਾਲੇ ਦਾ ਔਰ ਸਟੱਡੀ ਦਾ ਹਿੱਸਾ ਬਣਨਗੀਆਂ। जी सर, बिल्कुल। और ਜਿਹੜੇ ਦੋਸਤ ਸਾਡੇ ਨਾਲ ਮੌਜੂਦ ਨੇ ਔਰ ਕੋਸ਼ਿਸ਼ ਕਰ ਰਹੇ ਨੇ, ਕੋਈ ਉਹਨਾਂ ਨੇ ਗੱਲ ਕੀਤੀ ਤੇ ਡੈਫੀਨਿਟਲੀ ਉਹ ਯਾਰ ਪੜ੍ਹ ਲੈਣਗੇ ਕੁਐਸਚਨ ਔਰ ਤੁਹਾਨੂੰ ਆਨਸਰ ਕਰਨਾ ਚਾਹਾਂਗੇ ਉਹ ਕਰਾਂਗੇ। ਔਰ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਦੇਖ ਰਹੇ ਨੇ, ਔਰ ਖਾਸ ਕਰ ਆਪਣਾ ਸਰ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਆਏ ਔਰ ਤੁਹਾਡੀ ਜ਼ਿਆਦਾ ਕਾਲਜ ਦੀ ਵੀ ਉਹਦੇ ਵਿੱਚ ਤੁਸੀਂ ਟਾਈਮ ਕੱਢਿਆ, ਤੁਹਾਡੀ ਬਹੁਤ ਮਿਹਰਬਾਨੀ। ਜੀ, ਮੇਰੀ ਖੁਸ਼ਕਿਸਮਤੀ ਹੈ ਜੀ ਕਿ ਤੁਹਾਡੇ ਨਾਲ ਅੱਜ ਮੈਂ ਮੌਕਾ ਮਿਲਿਆ ਇਹੋ ਜਿਹੀ ਪ੍ਰੋਗਰਾਮ ਕਰਨ ਦਾ। ਇਨਸ਼ਾਅੱਲਾ ਅਸੀਂ ਕੰਟੀਨਿਊ ਕਰਾਂਗੇ। ਮੈਂ ਹਰ ਵਕਤ ਹਾਜ਼ਰ ਹਾਂ। ਬਹੁਤ ਸ਼ੁਕਰੀਆ ਤੁਹਾਡਾ ਸਾਰੇ ਮਿੱਤਰਾਂ ਦਾ, ਬਹੁਤ ਸ਼ੁਕਰੀਆ ਜੀ। ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਪ੍ਰੋਫੈਸਰ ਸਮੀਨਾ ਮਾਨ ਸਾਹਿਬਾ, ਸਰ, ਮੈਡਮ, ਤੁਹਾਡਾ ਬਹੁਤ ਸ਼ੁਕਰੀਆ। ਤੁਹਾਡੇ ਕੁਐਸਚਨ ਜਿਹੜੇ ਨੇ ਉਹ ਸਰ ਤੱਕ ਪਹੁੰਚਾ ਦਿੱਤੇ ਜਾਣਗੇ, ਉਹ ਗੱਲ ਉਹਦੇ ਤੇ ਕਰਨਗੇ। ਔਰ ਪ੍ਰੋਫੈਸਰ ਸੁਖਦੇਵ ਸੋਲ ਸਾਹਿਬ, ਤੁਹਾਡੇ ਕੁਐਸਚਨ ਵੀ ਸਰ ਤੱਕ ਪਹੁੰਚਾ ਦਿੱਤੇ ਜਾਣਗੇ ਔਰ ਉਹ ਜ਼ਰੂਰ ਇਹਨੂੰ ਵੇਖ ਰਹੇ ਨੇ, ਆਪਣੇ ਕਮੈਂਟਸ ਉਹ ਚੈੱਕ ਕਰ ਰਹੇ ਨੇ, ਡੈਫੀਨਿਟਲੀ ਇਹਨੂੰ ਆਨਸਰ ਵੀ ਕਰਨਗੇ। ਔਰ ਬਾਕੀ ਦੋਸਤ ਵੀ ਜਿਨ੍ਹਾਂ ਦੇ ਕੁਐਸਚਨ ਨੇ ਉਹ ਇਹਨੂੰ ਸਰ ਉਹਨੂੰ ਵੇਖ ਕੇ ਉਹਦੇ ਆਨਸਰ ਕਰ ਦੇਣਗੇ। ਮਸਲਾ ਇਹ ਵੀ ਹੈ ਕਿ ਥੋੜਾ ਜਿਹਾ ਅੱਜ ਇੰਟਰਨੈਟ ਦੇ ਪ੍ਰੋਬਲਮ ਦੀ ਵਜ੍ਹਾ ਤੋਂ ਮੇਰੀ वॉइस के लिए डबल हो रही है। ਖੋਲਾ ਵੀ ਔਰ ਮੈਨੂੰ ਦੱਸ ਰਹੀ ਹੈ ਬਾਰ-ਬਾਰ ਕਿ ਆਵਾਜ਼ ਦਾ ਪ੍ਰੋਬਲਮ ਆ ਰਿਹਾ। ਕੁਝ ਦੋਸਤ ਹੋਰ ਵੀ ਮੈਂਸ਼ਨ ਕਰ ਰਹੇ ਨੇ। ਸੋ ਤੁਸੀਂ ਆਪਣੇ ਕੁਐਸਚਨ ਜ਼ਰੂਰ ਇਹਦੇ ਵਿੱਚ ਲਿਖਦੇ ਰਹਿਣਾ ਕਮੈਂਟ ਦੇ ਵਿੱਚ, ਅਸੀਂ ਉਹਨੂੰ ਵੇਖ ਲਾਂਗੇ। ਔਰ ਇਹ ਪ੍ਰੋਗਰਾਮ ਜਿਹੜਾ ਹੈ ਸਾਡਾ ਜਾਰੀ ਰਹੇਗਾ ਔਰ ਹਰ ਵੀਕ ਅਸੀਂ ਇਸ ਪ੍ਰੋਗਰਾਮ ਨੂੰ ਕਰਦੇ ਜਾਵਾਂਗੇ। ਔਰ ਹੁਣ ਅਸੀਂ ਜਿਹੜਾ ਹੈ ਨਾ ਉਹ ਇਸੇ ਤਰ੍ਹਾਂ ਹੀ ਜਿਹੜਾ ਹੈ ਉਹ ਈਸਟ ਪੰਜਾਬ ਤੋਂ ਜਿਹੜਾ ਹੈ ਉਹ ਅਸੀਂ ਇੱਕ ਸ਼ਹਿਰ ਨੂੰ ਲਵਾਂਗੇ, ਫਿਰ ਵੈਸਟ ਪੰਜਾਬ ਤੋਂ, ਜਾਂ ਕਦੀ ਇਧਰੋਂ ਕੁਛ ਉਧਰੋਂ ਸ਼ਹਿਰ ਤੋਂ। ਅਸੀਂ ਪੂਰੇ ਪੰਜਾਬ ਨੂੰ ਜਿਹੜਾ ਹੈ ਨਾ ਵਿਜ਼ਿਟ ਕਰਾਂਗੇ ਹਿਸਟੋਰੀਅਨਸ ਦੀ ਅੱਖ ਦੇ ਨਾਲ, ਇੱਕ ਨਵੇਂ ਤਰੀਕੇ ਦੇ ਨਾਲ, ਇੱਕ ਨਵੀਂ ਜਿਹੜੀ ਹੈ ਉਹ ਸੋਚ ਦੇ ਨਾਲ। ਇਸ ਤੋਂ ਵੱਖ ਬਹੁਤ ਸਾਰੀਆਂ ਡਾਕੂਮੈਂਟਰੀਜ਼, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਇੰਟਰਨੈਟ ਤੇ ਡਿਫਰੈਂਟ ਨਜ਼ਰ ਆਉਂਦੀਆਂ ਨੇ, ਲੇਕਿਨ ਉਹਨਾਂ ਦੇ ਨਾਲ ਕੋਈ ਵੀ ਉਸ ਤਰ੍ਹਾਂ ਜਿਹੜੀ ਹੈ ਨਾ ਉਹ ਜੁੜੀ ਹੋਈ ਚੀਜ਼ ਸਾਨੂੰ ਨਜ਼ਰ ਨਹੀਂ ਆਉਂਦੀ ਜਿਹੜੀ ਸਾਨੂੰ ਦੱਸ ਸਕੇ ਕਿ ਇਹਨਾਂ ਦਾ ਤਾਰੀਖੀ ਰੈਫਰੈਂਸ ਕੀ ਹੈ ਜਾਂ ਕੁਛ। ਸੋ ਅਸੀਂ ਸਾਰੇ ਦੋਸਤ ਜਿਹੜੇ ਲਾਕਡਾਊਨ ਦੀ ਵਜ੍ਹਾ ਤੋਂ ਘਰਾਂ 'ਚ ਇੱਕ ਤਰ੍ਹਾਂ ਬੈਠੇ ਹੋਏ ਹਾਂ, ਅਸੀਂ ਇਹ ਚਾਹਾਂਗੇ ਕਿ ਅਸੀਂ ਆਪਣੇ ਪੰਜਾਬ ਦੇ ਸਾਰੇ ਸ਼ਹਿਰ ਜਿਹੜੇ ਨੇ ਉਹਨਾਂ ਨੂੰ ਵੇਖ ਸਕੀਏ
ਔਰ ਉਹਨਾਂ ਨੂੰ ਇੱਕ ਤਾਰੀਖ ਕਿਸੇ ਵੀ ਇੱਕ ਤਾਰੀਖਦਾਨ ਦੇ ਨਾਲ ਬਹਿ ਕੇ ਵੇਖ ਸਕੀਏ। ਸੋ ਸਾਨੂੰ ਅੱਜ ਅਟਕ ਡਿਸਟ੍ਰਿਕਟ ਨੂੰ ਵੇਖਣ ਦਾ ਮੌਕਾ ਮਿਲਿਆ। ਬਹੁਤ ਮਜ਼ੇਦਾਰ ਔਰ ਬਹੁਤ ਇੰਟਰਸਟਿੰਗ ਕਿ ਯੂਨੀਅਨ ਜੈਕ ਦੀ ਗੱਲ ਕੀਤੀ ਪ੍ਰੋਫੈਸਰ ਸਾਹਿਬ ਨੇ ਔਰ ਯੂਨੀਅਨ ਜੈਕ ਦੇ ਹਵਾਲੇ ਨਾਲ ਜਦੋਂ ਲੈਲਪੁਰ ਤੇ ਹੋਏਗਾ ਤੇ ਇੱਥੇ ਦਾ ਨਕਸ਼ਾ ਵੀ ਡਿਸਕਸ ਕੀਤਾ ਜਾਏਗਾ। ਸੋ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਅੱਜ ਸਾਨੂੰ ਦਾ ਔਰ ਅਸੀਂ ਇਹ ਪ੍ਰੋਗਰਾਮ ਜਿਹੜਾ ਹੈ ਉਹ ਮੰਗਲ ਵਾਲੇ ਦਿਨ 3 ਵਜੇ ਕਰਨੇ ਪਾਕਿਸਤਾਨ ਟਾਈਮ ਦੇ ਮੁਤਾਬਕ। ਸੁਜੈਸ਼ਨ ਇਹ ਵੀ ਰੱਖਾਂਗੇ ਕਿ ਅਗਰ ਇਹਦਾ ਕੋਈ ਟਾਈਮ ਚੇਂਜ ਕੀਤਾ ਜਾਣਾ ਚਾਹੀਦਾ ਤਾਂ ਉਹਦੇ ਹਵਾਲੇ ਨਾਲ ਵੀ ਲਾਜ਼ਮੀ ਲਿਖੋ ਜਾਂ ਇਹ ਪ੍ਰੋਗਰਾਮ ਠੀਕ ਸੀ ਜਾਂ ਇਸ ਵਿੱਚ ਕੀ ਘਾਟੇ ਵਾਧੇ ਜਾਂ ਤੁਸੀਂ ਕੀ ਸੁਜੈਸਟ ਕਰਦੇ ਹੋ ਐਡ ਕਰਨਾ ਚਾਹੀਦਾ ਜਾਂ ਇਹਦੇ 'ਚ ਘੱਟ ਹੋਣਾ ਚਾਹੀਦਾ ਉਹ ਲਾਜ਼ਮੀ ਜ਼ਰੂਰ ਤੁਸੀਂ ਸ਼ੇਅਰ ਕਰਨਾ। ਧਰਮ ਗੁਰਾਇਆ ਜੀ ਦਾ ਬਹੁਤ ਸ਼ੁਕਰੀਆ ਅਮਰੀਕਾ ਤੋਂ ਸਾਡੇ ਨਾਲ ਨੇ ਔਰ ਉਹਨਾਂ ਨੇ ਅਸਦ ਸਾਹਿਬ ਦੇ ਬੜੇ ਪਿਆਰੇ ਮਿੱਤਰ ਨੇ ਔਰ ਸਾਡੇ ਵੀ ਬਹੁਤ ਪਿਆਰੇ ਮਿੱਤਰ ਨੇ। ਉਹਨਾਂ ਦੇ ਨਾਲ ਸਾਡਾ ਜੱਗਾ ਡਾਕੂ 'ਚ ਵੀ ਬੜਾ ਅੱਛਾ ਲੈਕਚਰ ਰਿਹਾ ਸੀ। ਆਉਣ ਵਾਲੇ ਦਿਨਾਂ 'ਚ ਉਹ ਵੀ ਹੋਣਗੇ, ਉਹ ਵੀ ਸਾਨੂੰ ਵੇਖ ਰਹੇ ਨੇ। ਸਰ ਬਹੁਤ ਸ਼ੁਕਰੀਆ ਔਰ ਬਾਕੀ ਜਿਹੜੇ ਸਾਡੇ ਦੋਸਤ ਸਾਨੂੰ ਵੇਖ ਰਹੇ ਨੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਮਿਲਦੇ ਆ ਅਗਲੇ ਇੱਕ ਪ੍ਰੋਗਰਾਮ ਦੇ ਨਾਲ। ਡੈਫੀਨੇਟਲੀ ਹੁਣ ਅਸੀਂ ਜਿਹੜੇ ਬਾਕੀ ਪ੍ਰੋਗਰਾਮ ਨੇ ਉਹ ਹਿਸਟਰੀ ਲੈਕਚਰ ਸੀਰੀਜ਼ ਦੇ ਹਵਾਲੇ ਨਾਲ ਹੀ ਹੋਣਗੇ। ਸੋ 24 ਤਰੀਕ ਨੂੰ ਸਾਡੇ ਨਾਲ ਜਿਹੜੀ ਹਿਸਟੋਰੀਓਗ੍ਰਾਫੀ ਦੇ ਨਿਊ ਟ੍ਰੈਂਡਸ ਅਸੀਂ ਇੱਥੇ ਮੁਤਾਰਫ ਹੁੰਦੇ ਵੇਖੇ ਪਾਕਿਸਤਾਨ ਵਾਲੀ ਸਾਈਡ ਤੇ ਉਹਦੇ ਉੱਤੇ ਗੱਲਬਾਤ ਕਰਨ ਵਾਸਤੇ ਡਾਕਟਰ ਮੁਹੰਮਦ ਇਕਬਾਲ ਚਾਵਲਾ ਸਾਹਿਬ ਪੰਜਾਬ ਯੂਨੀਵਰਸਿਟੀ ਤੋਂ ਸਾਡੇ ਨਾਲ ਹੋਣਗੇ ਤੇ ਸਾਰੇ ਦੋਸਤਾਂ ਨੂੰ ਜਿਹੜਾ ਅਸੀਂ ਪੋਸਟਰ ਵੀ ਕੁਝ ਟਾਈਮ ਬਾਅਦ ਸ਼ੇਅਰ ਕਰ ਦਿਆਂਗੇ। 24 ਤਾਰੀਖ ਵਾਲੇ ਦਿਨ 24 ਜੂਨ ਰਾਤੀ 9 ਵਜੇ ਪਾਕਿਸਤਾਨ ਟਾਈਮ ਦੇ ਮੁਤਾਬਕ ਡਾਕਟਰ ਮੁਹੰਮਦ ਇਕਬਾਲ ਚਾਵਲਾ ਸਾਹਿਬ ਹਿਸਟੋਰੀਓਗ੍ਰਾਫੀ ਦੇ ਨਿਊ ਟ੍ਰੈਂਡ ਦੇ ਉੱਪਰ ਗੱਲਬਾਤ ਸਾਡੇ ਦੋਸਤਾਂ ਨਾਲ ਸਾਂਝੀ ਕਰਨਗੇ। ਸਾਰੇ ਦੋਸਤਾਂ ਦਾ ਇੱਕ ਵਾਰੀ ਫਿਰ ਬਹੁਤ ਸ਼ੁਕਰੀਆ ਸਾਡੇ ਨਾਲ ਜੁੜੇ ਰਹਿਣਾ, ਇਸ ਪ੍ਰੋਗਰਾਮ ਨੂੰ ਮਜ਼ੀਦ ਸ਼ੇਅਰ ਕਰਨਾ, ਇਹਦੇ 'ਚ ਆਪਣਾ ਇਨਪੁਟ ਦੇਣਾ, ਆਪਣੀ ਗੱਲਬਾਤ ਰੱਖਣਾ ਔਰ ਆਪਣੇ ਸਵਾਲ ਜ਼ਰੂਰ ਕਰਨਾ। ਬਹੁਤ ਸ਼ੁਕਰੀਆ। ਰੱਬ ਰਾਖਾ।